ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਅਪਾਰ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਰੋਜ਼ ਸਤਸੰਗਤ ਦੀਆਂ ਘੜੀਆਂ ਬਖਸ਼ ਦਿੰਦੇ ਹਨ। ਕੋਟਾਨਕੋਟ ਸ਼ੁਕਰਾਨਾ, ਕੋਟਾਨਕੋਟ ਸ਼ੁਕਰਾਨਾ। ਸੰਗਤ ਜੀ ਆਓ ਪਹਿਲਾਂ ਮਿਲ ਕੇ ਸਾਵਣ ਦਾ ਸ਼ਲੋਕ ਪੜ੍ਹਦੇ ਹਾਂ, ਫਿਰ ਅਸੀਂ ਅੱਗੇ ਸਾਖੀ ਕਰਾਂਗੇ। ਵਾਹਿਗੁਰੂ ਜੀ ਸਾਵਣ ਆਇਆ ਹੈ ਸਖੀ, ਸਾਵਣ ਆਇਆ ਹੈ ਸਖੀ, ਜਲ ਹਰ ਬਰਸਨ ਹਾਰ, ਜਲ ਹਰ ਬਰਸਨ ਹਾਰ, ਸਾਵਣ ਆਇਆ ਏ ਸਖੀ। ਨਾਨਕ ਸੁਖ ਸਵਣ ਸੁਹਾਗਣੀ, ਜਿਨ ਸਹਿ ਨਾਲ ਪਿਆਰ, ਨਾਨਕ ਸੁਖ ਸਵਣ ਸੁਹਾਗਣੀ, ਜਿਨ ਸਹਿ ਨਾਲ ਪਿਆਰ, ਜਿਨ ਸਹਿ ਨਾਲ ਪਿਆਰ, ਸਾਵਣ ਆਇਆ ਹੈ ਸਖੀ। ਸਾਵਣ ਆਇਆ ਹੈ ਸਖੀ, ਕੰਤੇ ਚਿਤ ਕਰੇ ਹੋ, ਸਾਵਣ ਆਇਆ ਹੈ ਸਖੀ, ਕੰਤੇ ਚਿਤ ਕਰੇ ਹੋ, ਨਾਨਕ ਚੂਰ ਮਰਹਿ ਸੁਹਾਗਣੀ, ਨਾਨਕ ਚੂਰ ਮਰਹਿ ਦੁਹਾਗਣੀ, ਜਿਨ ਅਵਰੀ ਲਾਗਾਨੇ ਹੋ, ਜਿਨ ਅਵਰੀ ਲਾਗਾਨੇ ਹੋ, ਸਾਵਣ ਆਇਆ ਏ ਸਖੀ, ਜਲ ਹਰ ਬਰਸਨ ਹਾਰ, ਜਲ ਹਰ ਬਰਸਨ ਹਾਰ, ਸਾਵਣ ਆਇਆ ਏ ਸਖੀ, ਸਾਵਣ ਆਇਆ, ਸਾਵਣ ਆਇਆ, ਸਾਵਣ ਆਇਆ ਏ ਸਖੀ। ਸੰਗਤ ਜੀ, ਅੱਜ ਜੋ ਅਸੀਂ ਸ਼ਬਦ ਲਿੱਤਾ ਹੈ, ਪਹਿਲੇ ਪਾਤਸ਼ਾਹੀ ਦਾ ਉਚਾਰਿਆ ਹੋਇਆ ਸ਼ਬਦ ਹੈ, ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ। ਕਰ ਕਿਰਪਾ, ਪ੍ਰਭੂ ਨੇ, ਪਰਮੇਸ਼ਵਰ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੇਰੇ ਤੇ ਦਇਆ ਕੀਤੀ ਹੈ। ਆਪਣੇ ਘਰ ਆਇਆ, ਆਪਣੇ ਘਰ, ਮੇਰੇ ਇਸ ਹਿਰਦੇ ਰੂਪੀ ਘਰ ਦੇ ਵਿੱਚ ਉਹ ਆ ਕੇ ਵਸ ਗਿਆ ਹੈ।
ਇਹ ਹਿਰਦੇ ਰੂਪੀ ਘਰ ਦੇ ਵਿੱਚ ਮੇਰਾ ਪ੍ਰਭੂ ਪਰਮੇਸ਼ਵਰ ਆ ਕੇ ਵਸ ਗਿਆ ਹੈ। ਤਾਂ ਮਿਲ ਸਖੀਆਂ ਕਾਜ ਰਚਾਇਆ। ਸੰਗਤ ਜੀ, ਜੇ ਹਿਰਦੇ ਸਾਡਾ ਘਰ ਹੈ, ਹੁਣ ਜਿਹੜੇ ਘਰ ਦੇ ਆਲੇ ਦੁਆਲੇ ਰਹਿੰਦੇ ਨੇ ਉਹ ਸਾਡੇ ਪੜੋਸੀ ਹੁੰਦੇ ਨੇ, ਉਹਨਾਂ 'ਚ ਰਹਿਣ ਵਾਲੇ ਸਾਡੇ ਮਿੱਤਰ ਹੁੰਦੇ ਨੇ। ਤੇ ਹੁਣ ਅਗਰ ਸਾਡਾ ਇਹ ਹਿਰਦੇ ਸਾਡਾ ਘਰ ਹੈ ਤੇ ਸਾਡੇ ਫਿਰ ਮਿੱਤਰ ਕੌਣ ਹੁੰਦੇ ਨੇ? ਸਾਡੇ ਮਿੱਤਰ ਹੁੰਦੇ ਨੇ ਸਾਡੀ ਇੰਦਰੀਆਂ, ਸਾਡੀ ਗਿਆਨ ਇੰਦਰੀਆਂ, ਜਿਨ੍ਹਾਂ ਤੋਂ ਅਸੀਂ ਨੌਲੇਜ ਗੇਨ ਕਰ ਸਕਦੇ ਹਾਂ, ਜਿਨ੍ਹਾਂ ਤੋਂ ਅਸੀਂ ਪ੍ਰਭੂ ਦੀ ਸਿਫਤ ਸਲਾਹ ਸੁਣ ਸਕਦੇ ਹਾਂ, ਜਿਨ੍ਹਾਂ ਦੇ ਥਰੂ ਅਸੀਂ ਗੁਣ ਇਕੱਠੇ ਕਰ ਸਕਦੇ ਹਾਂ। ਉਹ ਹੁੰਦੇ ਨੇ ਸਾਡੀਆਂ ਇਹ ਗਿਆਨ ਇੰਦਰੀਆਂ। ਤੇ ਇਹਦੇ ਚ ਪਾਤਸ਼ਾਹ ਲਿਖਦੇ ਨੇ, ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ। ਕਿ ਹੈ ਜਦੋਂ ਤੋਂ ਮੇਰੇ ਹਿਰਦੇ ਦੇ ਵਿੱਚ ਪ੍ਰਭੂ ਪਰਮੇਸ਼ਵਰ ਆ ਕੇ ਵਸ ਗਏ ਨੇ, ਤੇ ਹੈ ਮੇਰੀ ਸਖੀਓ, ਹੈ ਮੇਰੇ ਇੰਦਰੀਓ, ਹੈ ਮੇਰੇ, ਹੁਣ ਸਾਡੀ ਗਿਆਨ ਇੰਦਰੀਆਂ ਕਿਹੜੀਆਂ ਹੁੰਦੀਆਂ ਨੇ? ਸਾਡੀਆਂ ਅੱਖਾਂ ਗਿਆਨ ਇੰਦਰੀਆਂ ਹੁੰਦੀਆਂ ਨੇ। ਕਿਉਂਕਿ ਜਿਹਦੇ ਤੋਂ ਅਸੀਂ ਪੜ੍ਹ ਕੇ ਅਸੀਂ ਕੋਈ ਵੀ ਗਿਆਨ ਹਾਸਲ ਕਰ ਸਕਦੇ ਹਾਂ। ਹੁਣ ਅਗਰ ਇੱਥੇ ਬਾਣੀ ਦੀ ਗੱਲ ਹੋ ਰਹੀ ਹੈ ਤੇ ਅਸੀਂ ਬਾਣੀ ਦੀ ਗੱਲ ਕਰਾਂਗੇ। ਅੱਖਾਂ ਨਾਲ ਅਸੀਂ ਵਾਹਿਗੁਰੂ ਦੀ ਸਿਫਤ ਸਲਾਹ ਪੜ੍ਹ ਸਕਦੇ ਹਾਂ। ਰਸਨਾ ਜ਼ੁਬਾਨ ਸਾਡੀ ਗਿਆਨ ਇੰਦਰੀ ਹੁੰਦੀ ਹੈ। ਕਿਉਂਕਿ ਅਸੀਂ ਜਦੋਂ ਬੋਲ ਕੇ ਅਸੀਂ ਇੱਕ ਦੂਜੇ ਦੇ ਨਾਲ ਅਸੀਂ ਆਪਣੀ ਨੌਲੇਜ ਸ਼ੇਅਰ ਕਰ ਸਕਦੇ ਹਾਂ, ਸਾਡਾ ਉਹਦੇ ਨਾਲ ਗਿਆਨ ਵੱਧਦਾ ਹੈ। ਤੇ ਹੈ ਮੇਰੀ ਰਸਨਾ, ਤੂੰ ਪ੍ਰਭੂ ਦੀ ਸਿਫਤ ਸਲਾਹ ਕਰ। ਕੰਨ, ਕਿ ਹੈ ਮੇਰੇ ਕੰਨੋਂ, ਮੇਰੇ ਕੰਨ, ਤੂੰ ਮੈਨੂੰ ਪ੍ਰਭੂ ਦੀ ਤੂੰ ਸਿਫਤ ਸਲਾਹ ਸੁਣ। ਤੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਤੋਂ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਆ ਕੇ ਵਸ ਗਿਆ ਹੈ, ਹੇ ਮੇਰੀ ਸਹੇਲਿਓ, ਮੇਰੀ ਗਿਆਨ ਇੰਦਰੀਓ, ਮੈਨੂੰ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਸੁਣਾਓ। ਮੈਨੂੰ ਪ੍ਰਭੂ ਦੀ ਸਿਫਤ ਸਲਾਹ ਮੈਨੂੰ ਸੁਣਾਓ, ਤਾਂ ਕਿ ਮੈਂ ਉਹਦੀ ਪ੍ਰਭੂ ਦੀ ਸਿਫਤ ਸਲਾਹ ਸੁਣ ਕੇ ਪ੍ਰਭੂ ਤੋਂ ਦੂਰ ਨਾ ਹੋਵਾਂ। ਪ੍ਰਭੂ ਦੇ ਨਾਲ ਮੇਰਾ ਪ੍ਰੇਮ ਬਣਿਆ ਰਵੇ, ਮੇਰਾ ਪ੍ਰੇਮ ਹੋਰ ਡੂੰਘਾ ਹੋਵੇ। ਖੇਲ ਦੇਖ ਮਨ ਆਨੰਦ ਪਿਆ, ਤਾਂ ਖੇਲ ਦੇਖ ਮਨ ਆਨੰਦ ਪਿਆ, ਸਹੋ ਵਿਆਹਣ ਆਇਆ। ਕਹਿੰਦੇ ਨੇ ਵਿਆਹ ਦਾ ਮਤਲਬ ਕੀ ਹੁੰਦਾ ਹੈ ਸੰਗਤ ਜੀ? ਜਦੋਂ ਦੋ ਜਾਣਿਆਂ ਦਾ ਮੇਲ ਹੁੰਦਾ ਹੈ। ਹੁਣ ਇੱਥੇ ਬਾਣੀ ਦੇ ਵਿੱਚ ਲਿਖਿਆ ਹੈ ਕਿ ਜਿੰਨੇ ਵੀ ਜੀਵ ਨੇ, ਅਸੀਂ ਜੀਵ ਹੈ, ਅਸੀਂ ਇਸਤਰੀਆਂ ਹੈ, ਔਰ ਸਿਰਫ ਇੱਕ ਖਸਮ ਕੌਣ ਹੈ? ਸਾਡਾ ਪਤੀ ਕੌਣ ਹੈ? ਪ੍ਰਭੂ ਪਰਮੇਸ਼ਵਰ। ਤੇ ਇਸਤਰੀ ਬਣ ਕੇ ਆਪਣੇ ਪ੍ਰਭੂ ਪਰਮੇਸ਼ਵਰ ਦੀ ਆਰਾਧਨਾ ਕਰਨੀ ਹੈ, ਉਹਦੀ ਸਿਫਤ ਸਲਾਹ ਕਰਨੀ ਹੈ। ਤੇ ਇਹਦੇ 'ਚ ਪਾਤਸ਼ਾਹ ਲਿਖਦੇ ਨੇ ਕਿ ਜਦੋਂ ਤੋਂ ਮੇਰਾ ਉਸ ਪ੍ਰਭੂ ਦੇ ਨਾਲ ਵਿਆਹ ਹੋਇਆ ਹੈ, ਇਹ ਦੇਖ ਕੇ ਕਿ ਮੇਰਾ ਪ੍ਰਭੂ ਪਰਮੇਸ਼ਰ ਮੈਨੂੰ ਆਪਣੀ ਸੇਵਾ ਦੇ ਵਿੱਚ ਲੈ ਰਿਹਾ ਹੈ, ਮੈਨੂੰ ਆਪਣੀ ਸੇਵਾ ਦੇ ਵਿੱਚ ਲੈਣਾ ਚਾਹ ਰਿਹਾ ਹੈ, ਤੇ ਇਹ ਵੇਖ ਕੇ, ਇਹ ਮਹਿਸੂਸ ਕਰਕੇ ਮੇਰਾ ਜਿਹੜਾ ਮਨ ਹੈ ਬਹੁਤ ਪ੍ਰਸੰਨ ਹੋ ਉੱਠਿਆ ਹੈ। ਤੇ ਫਿਰ ਅੱਗੇ ਕਹਿੰਦੇ ਨੇ, ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹੈ ਮੇਰੀਆਂ ਸਹੇਲਿਓ, ਤੁਸੀਂ ਵਿਵੇਕ, ਤੁਸੀਂ ਸਿਫਤ ਸਲਾਹ ਦੇ, ਤੁਸੀਂ ਉਹ ਗੁਣ ਵਾਲੇ ਉਹ ਗੀਤ ਗਾਓ, ਤਾਂ ਕਿ ਮੇਰਾ ਪ੍ਰੇਮ ਪ੍ਰਭੂ ਦੇ ਨਾਲ ਗਹਿਰਾ ਹੁੰਦਾ ਜਾਏ। ਕਿਉਂਕਿ ਮੇਰੇ ਘਰ ਆਇਆ, ਹਮਰੇ ਘਰ ਆਇਆ ਜਗਜੀਵਨ ਪਤਾਰ। ਕਿਉਂਕਿ ਮੇਰੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਆ ਕੇ ਵਸ ਗਿਆ ਹੈ। ਔਰ ਉਹ ਪਰਮਾਤਮਾ ਕੌਣ ਹੈ? ਪੂਰੇ ਜਗਤ ਦਾ ਆਧਾਰ ਹੈ, ਪੂਰੇ ਜਗਤ ਦਾ ਉਹ ਦਾਤਾ ਹੈ, ਪੂਰੇ ਜਗਤ ਨੂੰ ਉਹ ਦਾਤਾਂ ਵੰਡਦਾ ਹੈ, ਪੂਰੇ ਜਗਤ ਦਾ ਪਾਲਣਹਾਰ ਹੈ। ਸਾਰੇ ਜੀਆਂ ਦਾ, ਜਗਤ ਦੇ ਵਿੱਚ ਜਿੰਨੇ ਵੀ ਜੀ ਨੇ, ਸਾਰਿਆਂ ਦਾ ਉਹ ਉਧਾਰ ਕਰਨ ਵਾਲਾ ਹੈ, ਉਹਨਾਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਗੁਰਦੁਆਰੇ ਹਮਰਾ ਵਿਆਹ ਜੇ ਹੋਆ। ਗੁਰਦੁਆਰੇ ਕਹਿੰਦੇ ਨੇ ਗੁਰੂ ਦੀ ਸ਼ਰਨ 'ਚ ਪੈ ਕੇ ਮੇਰਾ ਉਹਦੇ ਨਾਲ ਮੇਲ ਹੋ ਗਿਆ ਹੈ।
ਗੁਰੂ ਦੀ ਸ਼ਰਨ 'ਚ ਪੈ ਕੇ ਮੇਰਾ ਵਿਆਹ ਮੇਰਾ ਪਰਮਾਤਮਾ ਦੇ ਨਾਲ, ਮੇਰੇ ਪਰਮਾਤਮਾ ਦੇ ਨਾਲ ਮੇਰਾ ਮੇਲ ਹੋ ਗਿਆ ਹੈ। ਜਾਂ ਸੋ ਮਿਲਿਆ ਤਾਂ ਜਾਣਿਆ, ਕਹਿੰਦੇ ਇਹ ਮੈਨੂੰ ਉਦੋਂ ਹੀ ਪਤਾ ਚੱਲਿਆ ਹੈ ਜਦੋਂ ਮੇਰਾ ਪ੍ਰਭੂ ਦੇ ਨਾਲ ਮੇਲ ਹੋਇਆ, ਤਾਂ ਹੀ ਮੈਨੂੰ ਇਸ ਭੇਦ ਦਾ ਪਤਾ ਚੱਲਿਆ ਹੈ। ਕਿਸ ਭੇਦ ਦਾ ਪਤਾ ਚੱਲਿਆ ਹੈ? ਕਿ ਤਿਹੁ ਲੋਕਾਂ ਮੈਂ ਸ਼ਬਦ ਰਵਿਆ ਹੈ। ਹੁਣ ਸੰਗਤ ਜੀ, ਸਾਡੇ ਗੁਰੂਆਂ ਨੇ ਸਾਨੂੰ ਕੀ ਕਿਹਾ ਕਿ ਜਦੋਂ ਸਾਖੀਆਂ ਸੁਣਦੇ ਆ, ਉਹਦੇ ਵਿੱਚ ਜਿੱਥੇ ਵੀ ਪਾਤਸ਼ਾਹ ਜਾਂਦੇ ਰਹੇ, ਜਿਨ੍ਹਾਂ ਨੂੰ ਵੀ ਉਹ ਉਪਦੇਸ਼ ਦਿੰਦੇ ਰਹੇ, ਤੇ ਉਹ ਕਹਿੰਦੇ ਸੀ ਪਾਤਸ਼ਾਹ ਤੁਸੀਂ ਨਾ ਜਾਓ, ਸਾਡਾ ਚਿੱਤ ਨਹੀਂ ਕਰਦਾ ਤੁਹਾਡੇ ਨਾਲ ਕਿ ਸਾਡਾ ਵਿਛੋੜਾ ਹੋਏ। ਤੇ ਗੁਰੂਆਂ ਨੇ ਉਹਨਾਂ ਨੂੰ ਕੀ ਕਿਹਾ ਕਿ ਕਿਸੇ ਵੀ ਸਰੀਰ ਦੇ ਨਾਲ ਤੁਸੀਂ ਪ੍ਰੇਮ ਨਹੀਂ ਪਾਣਾ, ਤੁਸੀਂ ਸ਼ਬਦ ਦੇ ਨਾਲ ਪ੍ਰੀਤ ਲਗਾਓ, ਤੁਸੀਂ ਸ਼ਬਦ ਦੇ ਨਾਲ ਪ੍ਰੇਮ ਪਾਓ। ਔਰ ਬਾਣੀ 'ਚ ਕੀ ਲਿਖਿਆ ਹੈ? ਬਾਣੀ ਗੁਰੂ ਹੈ ਬਾਣੀ, ਔਰ ਬਾਣੀ ਹੀ ਸਾਡੀ ਗੁਰੂ ਹੈ। ਔਰ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਔਰ ਬਾਣੀ ਹੀ ਪਰਮਾਤਮਾ ਹੈ, ਕਿਉਂਕਿ ਉਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਧੁਰ ਕੀ ਹੈ, ਇਹ ਜੋ ਸ਼ਬਦ ਹੈ ਇਹ ਧੁਰ ਕਾ ਹੈ। ਤੇ ਜਦੋਂ ਪ੍ਰਭੂ ਹਿਰਦੇ ਦੇ ਵਿੱਚ ਆ ਕੇ ਵਸ ਗਿਆ ਤੇ ਇਸ ਭੇਦ ਦਾ ਪਤਾ ਚੱਲਿਆ, ਤੇ ਉਹ ਲੋਕਾਂ ਮੈਂ ਸ਼ਬਦ ਰਵਿਆ ਹੈ, ਕਿ ਇਹ ਜਿਹੜਾ ਸ਼ਬਦ ਹੈ ਪ੍ਰਭੂ ਹੈ, ਇਹ ਤਿੰਨਾਂ ਲੋਕਾਂ ਦੇ ਵਿੱਚ ਇੱਕੋ ਜਿਹਾ ਵਰਤ ਰਿਹਾ ਹੈ। ਆਪ ਗਿਆ ਮਨ ਮਾਨਿਆ, ਇਹ ਕਦੋਂ ਪਤਾ ਚੱਲਦਾ ਹੈ? ਜਦੋਂ ਅਸੀਂ ਆਪਾ ਭਾਵ ਸਾਡੇ ਅੰਦਰੋਂ ਚਲਾ ਜਾਂਦਾ, ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਿਤ ਕਰ ਦਿੰਨੇ ਆ, ਜਦੋਂ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਕਿ ਜਦੋਂ ਮੇਰੇ ਵਿੱਚ ਕੁਛ ਨਹੀਂ ਰਹਿੰਦਾ, ਔਰ ਜਦੋਂ ਮੈਂ ਔਰ ਤੂੰ ਇੱਕ ਹੋ ਜਾਂਦੇ, ਇਹ ਉਦੋਂ ਹੀ ਪਤਾ ਲੱਗਦਾ ਹੈ। ਇਹ ਉਸ ਆਪਾ ਭਾਵ ਮਤਲਬ ਉਹ ਹੈ ਕਿ ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਸਮਰਪਿਤ ਕਰ ਦੇਣਾ। ਫਿਰ ਮੈਂ ਨਹੀਂ, ਫਿਰ ਜੋ ਵੀ ਹੈ ਉਹ ਤੂੰ ਹੀ ਤੂੰ ਹੈ ਪਰਮਾਤਮਾ। ਆਪਣਾ ਕਾਰਜ ਆਪ ਸਵਾਰੇ ਹੋਰਨ ਕਾਜ ਨਾ ਹੋਈ। ਕਹਿੰਦੇ ਜਿਹੜੇ ਪ੍ਰਭੂ ਦੀਆਂ ਗੱਲਾਂ ਨੇ ਨਾ, ਪ੍ਰਭੂ ਦੀ ਰਚਨਾ ਹੈ, ਪ੍ਰਭੂ ਦਾ ਖੇਲ ਹੈ, ਜੋ ਪ੍ਰਭੂ ਨੇ ਕਰਨਾ ਹੈ, ਇਹ ਤੇ ਉਹੀ ਕਰ ਸਕਦਾ ਹੈ। ਪ੍ਰਭੂ ਦਾ ਹੋਰ ਕੋਈ ਸਬਸਟੀਟਿਊਟ ਨਹੀਂ ਹੈਗਾ ਕਿ ਉਹਦੀ ਜਗ੍ਹਾ ਪ੍ਰਭੂ ਕੋਈ ਹੋਰ ਪ੍ਰਭੂ ਦਾ ਕੰਮ ਕਰ ਲੈ, ਪਰਮਾਤਮਾ ਦਾ ਕੰਮ ਕਰ ਲੈ। ਆਪਣਾ ਕਾਰਜ ਆਪ ਸਵਾਰੇ, ਕਿ ਹੈ ਪਰਮਾਤਮਾ ਜਿਹੜੇ ਤੇਰੇ ਕੰਮ ਨੇ ਨਾ, ਉਹ ਤੇ ਤੂੰ ਹੀ ਸਵਾਰ ਸਕਦਾ ਹੈ, ਹੋਰ ਕੋਈ ਨਹੀਂ ਹੈਗਾ। ਹੋਰਨ ਕਾਜ ਨਾ ਹੋਈ, ਹੋਰ ਤੇ ਕੋਈ ਤੇਰਾ ਕੰਮ ਤੇ ਹੋਰ ਕੋਈ ਕਰ ਹੀ ਨਹੀਂ ਸਕਦਾ। ਕੋਈ ਸ੍ਰਿਸ਼ਟੀ ਤੇ, ਕੋਈ ਖੰਡ ਬ੍ਰਹਮੰਡਾ ਤੇ ਕੋਈ ਹੋਰ ਤੇਰੇ ਵਰਗਾ ਨਹੀਂ ਹੈ ਜੋ ਤੇਰਾ ਕਾਰਜ ਸੰਭਾਲ ਸਕੇ, ਜੋ ਤੇਰੇ ਵਾਂਗੂ ਕੰਮ ਕਰ ਸਕੇ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ। ਕਹਿੰਦੇ ਨੇ ਜਦੋਂ ਪ੍ਰਭੂ ਆ ਕੇ ਵਸ ਜਾਂਦਾ ਹੈ ਹਿਰਦੇ ਦੇ ਵਿੱਚ, ਔਰ ਉਹਦੀ ਸਿਫਤ ਸਲਾਹ ਦੇ ਸਦਕੇ, ਉਹਦੀ ਸਿਫਤ ਸਲਾਹ ਸੁਣ ਕੇ, ਉਹਦੀ ਸਿਫਤ ਸਲਾਹ ਕਰਕੇ, ਤੇ ਫਿਰ ਉਸ ਕਾਰਜ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ? ਸਤ, ਸੰਤੋਖ, ਦਇਆ, ਧਰਮ, ਇਹਨਾਂ ਦੀ ਸਭ ਪ੍ਰਾਪਤੀ ਹੁੰਦੀ ਹੈ, ਜੋ ਕਿ ਆਪਣੇ ਆਪ ਨੂੰ ਗੁਰੂ ਦੇ ਸਨਮੁਖ ਰੱਖ ਦਿੰਦਾ ਹੈ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ। ਇਹ ਫਿਰ ਕੋਈ ਵਿਰਲਾ ਹੁੰਦਾ ਹੈ ਜਿਹਨੂੰ ਇਹ ਭਾਗਾਂ ਵਾਲਾ ਇਹ ਭਾਗ ਉਹਨੂੰ ਪ੍ਰਾਪਤ ਹੁੰਦੇ ਨੇ ਕਿ ਆਪਣੇ ਆਪ ਨੂੰ ਗੁਰੂ ਦੇ ਅੱਗੇ ਰੱਖ ਦਿੰਦਾ ਹੈ। ਗੁਰੂ ਉਹਨੂੰ ਉਹਦੇ ਉੱਤੇ ਗੁਰੂ ਮਿਹਰ ਭਰੀ ਦ੍ਰਿਸ਼ਟੀ ਪਾ ਦਿੰਦਾ ਹੈ ਤੇ ਉਹਨੂੰ ਆਪਣੇ ਨਾਲ ਜੋੜ ਲੈਂਦਾ ਹੈ। ਪਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ। ਹੁਣ ਇੱਥੇ ਪਾਤਸ਼ਾਹ ਕਹਿੰਦੇ ਨੇ ਕਿ ਪੂਰੀ ਸ੍ਰਿਸ਼ਟੀ ਦਾ ਇੱਕੋ ਦਾਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿ ਸਾਰੇ ਜੀਆਂ ਦਾ, ਪੂਰੀ ਸ੍ਰਿਸ਼ਟੀ ਦਾ, ਸਾਰਿਆਂ ਦਾ ਇੱਕੋ ਇੱਕ ਦਾਤਾ ਹੈ, ਇੱਕੋ ਇੱਕ ਪਤੀ ਹੈ, ਇੱਕੋ ਇੱਕ ਪਰਮੇਸ਼ਵਰ ਹੈ। ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਈ। ਕਹਿੰਦੇ ਨੇ ਕਿ ਇਹ ਜਿਹੜਾ ਪਰਮਾਤਮਾ ਨਾ ਹੈਗਾ ਨਾ, ਇਹ ਸਾਰਿਆਂ ਦਾ ਹੈ। ਇਹ ਚੋਰ ਦਾ ਵੀ ਪਰਮਾਤਮਾ ਹੈਗਾ, ਇਹ
अंधे दा भी परमात्मा है, गरीब दा भी है, अमीर दा भी है, पर सुहागण इस दी कौन बनदा है? जिहदे ते परमात्मा दी नज़र हो जाती है। परमात्मा ने पूरी सृष्टि आप रचाई है, आप उस सृष्टि दे विच ओ अपने आप नूं उन्हें विराजमान कीता है, अपनी सृष्टि रच के ओ आप ओदे विच है, पर जिहदे ते ओ मेहर कर दिंदा है ना, ओही प्रभु दे नाल मिल सकदा है, ओही उस प्रभु पति दी सुहागण ओही बन सकदा है जिस ते ओ नदर कर दिंदा, जिस ते ओ मेहर कर दिंदा है। संगत जी, जे समा बचेगा असी बाद चों ये शब्द पढ़ांगे। आओ असी हुण असी पातशाह दी साखी अगे असी करते हाँ। पिछले शनिवार तक असी पातशाह दी साखी कीती सी कि जदों बरात बटाले दे लागे पहुँच जाती है और माता सुलखणी जी दे पिता जी बाबा मूल चंद जी ओ सत्कार जी आया जी नूं करन जांदे ने अजिते दे नाल, जो कि सरपंच दे हिता सरपंच दा पुत्र है अजिता, और हिता पंच पूरा समझा के भेजते ने कि किस तरह नम्रता नाल पूरे आदर दे नाल तुसी बरात नूं जी आया जी करना है, और जो बरात दी शोभा असी सुन रहे हाँ, तुसी उस तो ज़्यादा उन्हां दा सत्कार भाव करना है। मूल चंद जी जांदे ने लागा लैके जो जिन्नू जो शगन देना हुंदा है वो लैके जाते ने, और जाके बरात नू जी आया जी करते ने, और फिर उत्थे मिलनी हुंदी है गुरु नानक देव पातशाह जी दे पिता जी मेहता कालू जी दी, और उधरों माता सुलखणी जी दे पिता जी दी बाबा मूल चंद जी दी, इन्हां दी आपस च मिलनी हुंदी है। जिन्हां ने जिसनू जो कुछ देना हुंदा है, पूरा परिवार दोनों तरफां दा परिवार एक दूजे नू बड़े प्रेम सहित आदर सहित एक दूजे नू मिलदा है। ते हुण मूल चंद जी कहंदे ने बरात नू लैके जा रहे ने पड़ाव जिथे बरात दा टकाव होना है। भीड़ियां गलियां चो जा रहे ने संगत जी, नगाड़े वज रहे ने, अगे पातशाह ने, पिछे हाथी ते बैठे पिता जी ने मेहता कालू जी ने, जो तलवंडी तो धन दियां थैलियां लैके आए सी वरखा करन वास्ते, ਉਹ ਉੱਤੋਂ ਦੀ ਹਾਥੀ ਉੱਤੇ ਬੈਠੇ ਵਰਖਾ ਧਨ ਦੀ ਵਰਖਾ ਕਰ ਰਹੇ ਨੇ, ਪੈਸੇ ਲੁਟਾ ਰਹੇ ਨੇ ਆਪਣੇ ਪੁੱਤਰ ਤੋਂ। ਚਾਚਾ ਲਾਲੂ ਜੀ ਉਹ ਵੀ ਪੈਸੇ ਲੁਟਾ ਰਹੇ ਨੇ, ਪੈਸਿਆਂ ਦੀ ਵਰਖਾ ਕਰ ਰਹੇ ਨੇ ਪਾਤਸ਼ਾਹ ਉੱਤੋਂ। ਇੱਕ ਹਾਥੀ ਦੇ ਉੱਤੇ ਬੈਠੇ ਪਰਮਾਨੰਦ ਜੀ, ਜੋ ਕਿ ਭਾਈਆ ਜੈ ਰਾਮ ਜੀ ਦੇ ਪਿਤਾ ਜੀ ਨੇ, ਉਹ ਵੀ ਪੈਸੇ ਮਾਇਆ ਦੀ ਵਰਖਾ ਕਰ ਰਹੇ ਨੇ, ਔਰ ਬਟਾਲੇ ਦੇ ਬੱਚੇ पैसे लुट रहे ने। संगत जी, उन्होंने की पता कि वो केड़े पैसे लुट रहे ने, बच्चों की पता कि उन्होंने दे नगर च आप निरंकार दूल्हे दे रूप च आया है। वो तो सब यही सोच रहे ने बटाले दे सारे लोग कि ये दूल्हे नू देखण असी जाना है। उधर जिथे मूलचंद जी का घर है, उत्थे बटाले दियां इस्त्रियां मिठे मिठे खुशी दे गीत गा रही ने। उत्थे भी मृदंग ढोल वज रहे ने, क्योंकि बरात का स्वागत होना है। हौली हौली करदे नगाड़े दमामे मृदंग मुरलियां नरसिंगे वजदे होए, गीत खुशी दे गांदे होए, ਜਿਹੜੇ ਹਾਥੀ ਸੀ ਉਹਨਾਂ ਦੇ ਗਲਾਂ ਦੇ ਵਿੱਚ ਘੰਟੀਆਂ ਵੱਜ ਰਹੀਆਂ ਨੇ, ਘੋੜਿਆਂ ਦੀਆਂ ਝਾਂਜਰਾਂ ਦੀਆਂ ਆਵਾਜ਼ਾਂ ਦੇ ਨਾਲ ਨਾਲ ਬਰਾਤ ਜਾ ਰਹੀ ਹੈ। ਹੌਲੀ 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 ਕਰਦਿਆਂ ਬਰਾਤ ਪਹੁੰਚਦੀ ਹੈ ਮੂਲ ਚੰਦ ਜੀ ਦੇ ਘਰ ਦੇ ਅੱਗੇ। ਉੱਥੇ ਸੱਸ ਮਾਂ, ਜੋ ਪਾਤਸ਼ਾਹ ਜੀ ਦੀ ਸੱਸ ਮਾਂ ਹੈ, ਆਰਤੀ ਦਾ ਥਾਲ ਲੈ ਕੇ पातशाह दी आरती उतारन वास्ते उत्थे खड़े ने। संगत जी, उदों ये मर्यादा हुंदी सी,
ਪਾਤਸ਼ਾਹ ਨੇ ਮਰਿਆਦਾ ਬਾਅਦ ਚੋਂ ਬੰਨੀਆਂ ਨੇ। ਉਦੋਂ ਇਹ ਰੀਤੀਆਂ ਸੀਗੀਆਂ ਜੋ ਕੁਲ ਦੀਆਂ ਰੀਤੀਆਂ ਸੀ ਤੇ ਇਹ ਸਭ ਕਰਦੇ ਸੀ। ਸੰਗਤ ਜੀ ਅੱਜ ਵੀ ਇਹ ਕੁਝ ਰੀਤੀਆਂ ਤੇ ਅੱਜ ਵੀ ਹੁੰਦੀਆਂ ਨੇ। ਜਿੱਦਾਂ ਦੂल्हा ਆਂਦਾ ਹੈ ਘੋੜੇ ਤੋਂ, ਉਹਨੂੰ ਉਤਾਰ ਕੇ ਲਿਆਂਦੇ ਨੇ ਘੋੜੀ ਤੋਂ, ਅੱਗੇ ਕੁੜੀ ਵਾਲੇ ਬਰਾਤ ਨੂੰ ਜੀ ਆਇਆਂ ਜੀ ਕਰਦੇ ਨੇ, ਹਮ ਕਰ ਸਾਜਣ ਆਏ ਸਾਚੇ ਮੇਲ ਮਿਲਾਏ ਸ਼ਬਦ ਪੜ੍ਹਦੇ ਨੇ। ਤੇ ਸੰਗਤ ਜੀ ਐਸੇ ਤਰ੍ਹਾਂ ਜੋ ਸੱਸ ਮਾਤਾ ਜੀ ਸੀ ਉਹ ਵੀ ਪਾਤਸ਼ਾਹ ਨੂੰ ਉੱਥੋਂ ਉਤਾਰਦੇ ਨੇ, ਉਹਨਾਂ ਦੇ ਆਰਤੀ ਕਰਦੇ ਨੇ। ਪਿੱਛੋਂ ਦੀ ਉਹ ਪੈਸਿਆਂ ਦੀ ਵਰਖਾ ਹੋ ਰਹੀ ਹੈ ਪਾਤਸ਼ਾਹ ਦੇ ਉੱਤੋਂ। ਔਰ ਇਸ ਤਰ੍ਹਾਂ ਮਿੱਠੇ ਮਿੱਠੇ ਗੀਤ ਪਿੱਛੇ ਇਸਤਰੀਆਂ ਗਾ ਰਹੀਆਂ ਨੇ। ਜਦੋਂ ਇਹ ਸਾਰਾ ਹੋ ਜਾਂਦਾ ਹੈ, ਮਿੱਠੇ ਮਿੱਠੇ ਗੀਤ ਹੋ ਜਾਂਦਾ ਹੈ, ਆਰਤੀ ਹੋ ਜਾਂਦੀਆਂ, ਤੇ ਬਟਾਲੇ ਦੀਆਂ ਇਸਤਰੀਆਂ, ਮੂਲ ਚੰਦ ਜੀ ਦੇ ਘਰ ਦੀਆਂ ਇਸਤਰੀਆਂ, ਉਹ ਫਿਰ ਪਾਤਸ਼ਾਹ ਨੂੰ ਸਿੱਠਣੀਆਂ ਦਿੰਦੀਆਂ ਨੇ। ਇਹਨਾਂ ਦੇ ਨਾਮ ਲੈ ਕੇ, ਪਾਤਸ਼ਾਹ ਦਾ ਨਾਮ ਲੈ ਕੇ ਸਿੱਠਣੀਆਂ ਦਿੰਦੀਆਂ ਨੇ। ਸੰਗਤ ਜੀ ਉਹਨਾਂ ਨੂੰ ਕੀ ਪਤਾ ਕਿ ਇਹ ਜਗਤ ਗੁਰੂ ਆਏ ਨੇ, ਉਹਨਾਂ ਵਾਸਤੇ ਤੇ ਕਿ ਘਰ ਦੇ ਜਵਾਈ ਭਾਈ ਆਏ ਨੇ, ਉਹ ਉਹਨਾਂ ਦਾ ਨਾਮ ਲੈ ਕੇ ਸਿੱਠਣੀਆਂ ਦਿੰਦੀਆਂ ਨੇ। ਤੇ ਸੰਗਤ ਜੀ ਫਿਰ ਮੂਲ ਚੰਦ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਆਓ, ਜਿੱਥੇ ਬਰਾਤ ਦਾ ਟਿਕਾਵ ਹੋਣਾ ਹੈ ਉਹਨਾਂ ਨੂੰ ਉਧਰ ਵਾਲੇ ਪਾਸੇ ਲੈ ਕੇ ਜਾਂਦੇ ਨੇ। ਬਰਾਤ ਜਾਂਦੀ ਹੈ ਜਿੱਥੇ ਟਿਕਾਵ ਦਾ ਪੜਾਵ ਹੈ। ਤੰਬੂ ਲੱਗੇ ਨੇ, ਸ਼ਾਮਿਆਨੇ ਲੱਗੇ ਨੇ, ਕਨਾਤਾਂ ਲੱਗੀਆਂ ਹੋਈਆਂ ਨੇ। ਉੱਥੇ ਬਰਾਤ ਨੂੰ ਬਿਠਾਇਆ ਜਾਂਦਾ ਹੈ। ਉੱਥੇ ਭੋਜਨ ਪ੍ਰਸ਼ਾਦਾ, ਜਿਹਨੂੰ ਜੋ ਕੁਝ ਚਾਹੀਦਾ ਹੁੰਦਾ ਹੈ ਉਹੀ ਉਹਨੂੰ ਦਿੱਤਾ ਜਾਂਦਾ ਹੈ ਸੰਗਤ ਜੀ। ਔਰ ਉੱਥੇ ਜੋ ਮੂਲ ਚੰਦ ਜੀ ਦੇ ਘਰ ਦੀਆਂ ਇਸਤਰੀਆਂ ਹੁੰਦੀਆਂ ਨੇ, ਉਹ ਪਾਤਸ਼ਾਹ ਦਾ ਪਲੰਗ ਕੰਧ ਦੇ ਹੇਠਾਂ ਵਿਛਾ ਦਿੰਦੀਆਂ ਨੇ, ਜੋ ਕਿ ਕੰਧ ਇੱਕ ਕੱਚੀ ਕੰਧ ਹੁੰਦੀ ਹੈ ਜੋ ਕਿ ਡਿੱਗਣ ਵਾਲੀ ਹੁੰਦੀ ਹੈ। ਔਰ ਉਹ ਸਾਰੀਆਂ ਇਸਤਰੀਆਂ ਕੰਧ ਦੇ ਉੱਤੇ ਪਲੰਗ ਵਿਛਾ ਕੇ ਪਾਤਸ਼ਾਹ ਦਾ ਕਿ ਤੁਸੀਂ ਇੱਥੇ ਬੈਠੋ, ਔਰ ਆਪ ਪਿੱਛੇ ਜਾ ਕੇ ਕੰਧ ਦੇ ਖਲੋ ਜਾਂਦੀਆਂ ਨੇ। ਸੰਗਤ ਜੀ ਇਹ ਸਾਖੀ ਆਪ ਜੀ ਨੂੰ ਪਤਾ ਹੀ ਹੋਏਗੀ ਕਿ ਉਹ ਪਾਤਸ਼ਾਹ ਦੇ ਨਾਲ ਮਜ਼ਾਕ ਕਰਦੀਆਂ ਨੇ। ਤੇ ਪਾਤਸ਼ਾਹ ਜਦੋਂ ਪਲੰਗੇ ਉੱਤੇ ਜਾ ਕੇ ਬੈਠਦੇ ਨੇ ਤੇ ਇੱਕ ਬਜ਼ੁਰਗ ਮਾਤਾ ਆਂਦੀ ਹੈ, ਕਹਿੰਦੀ ਹੈ, ਪੁੱਤਰ ਤੁਸੀਂ ਇੱਥੇ ਕਿਉਂ ਬੈਠੇ ਹੋ? ਇਹ ਕੰਧ ਤੇ ਬੜੀ ਕੱਚੀ ਹੈ, ਇੱਥੋਂ ਉੱਠ ਜਾਓ, ਇਹ ਤੇ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਤੇ ਪਾਤਸ਼ਾਹ ਕਹਿੰਦੇ ਹੈ, ਮਾਈ ਇਹ ਕੰਧ ਹੁਣ ਕਿਤੇ ਨਹੀਂ ਜਾਏਗੀ, ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ, ਜੁਗਾਂ ਤੱਕ ਇਹ ਕੰਧ ਖਲੋਤੀ ਹੀ ਰਹੇਗੀ। ਇਹ ਕੰਧ ਹੁਣ ਕੱਚੀ ਨਹੀਂ ਰਹੀ, ਇਹ ਕੰਧ ਹੁਣ ਪੱਕੀ ਹੋ ਗਈ ਹੈ, ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ, ਔਰ ਜੁਗਾਂ ਤੱਕ ਇਹ ਕੰਧ ਇਸ ਤਰ੍ਹਾਂ ਹੀ ਖਲੋਤੀ ਰਹੇਗੀ। ਸੰਗਤ ਜੀ ਦੇਖੋ, ਉਸ ਤੋਂ ਬਾਅਦ ਪਾਤਸ਼ਾਹ ਦੇ ਆਗਮਨ ਨੂੰ, ਪਾਤਸ਼ਾਹ ਦੇ ਵਿਆਹ ਨੂੰ ਦੇਖੋ ਕਿੰਨੇ ਸਾਲ ਹੋ ਗਏ, 550 ਸਾਲ। ਪਰ ਦੇਖੋ ਉਸ ਤੋਂ ਵੀ ਜ਼ਿਆਦਾ ਸਮੇਂ ਹੋ ਗਿਆ ਹੈ, ਵਿੱਚ ਕਿੰਨੇ ਭੁਚਾਲ ਹੈ, ਕੀ ਕੁਝ ਨੈਚੁਰਲ ਕਲੈਮਿਟੀਜ਼ ਨਹੀਂ ਆਈਆਂ, ਪਰ ਦੇਖੋ ਕੰਧ ਉੱਥੇ ਦੀ ਉੱਥੇ ਹੀ ਹੈ, ਕਿਉਂਕਿ ਪਾਤਸ਼ਾਹ ਦਾ ਬਚਨ ਹੋ ਗਿਆ ਸੀ। ਔਰ ਐਸੀ ਕੰਧ ਜਿਹੜੀ ਜਿੱਥੇ ਪਾਤਸ਼ਾਹ ਦਾ ਪਲੰਗਾ ਵਿਛਾਇਆ ਗਿਆ ਸੀ, ਜੋ ਪਾਤਸ਼ਾਹ ਦੇ ਬਚਨ ਦੇ ਨਾਲ ਅੱਜ ਵੀ ਉਹ ਕੰਧ ਉਸੇ ਤਰ੍ਹਾਂ ਖਲੋਤੀ ਹੈ। ਇੱਥੇ ਹੀ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਸੰਗਤ ਜੀ ਇੱਥੇ ਅੱਜ ਵੀ ਸੰਗਤਾਂ ਜਾਂਦੀਆਂ ਨੇ, ਨਤਮਸਤਕ ਹੁੰਦੀਆਂ ਨੇ, ਔਰ ਜੋ ਬਾਬੇ ਦਾ ਵਿਆਹ ਹੈ ਉਹ ਇੱਥੇ ਹੀ ਬੜੇ ਜ਼ੋਰ ਸ਼ੋਰ ਦੇ ਨਾਲ ਇੱਥੇ ਹੀ ਸੰਗਤ ਜੀ ਮਨਾਇਆ ਜਾਂਦਾ ਹੈ। ਤੇ ਹੁਣ ਸਾਰੇ ਇਹ ਸਾਖੀ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ, ਔਰ ਕਹਿੰਦੇ ਆ ਪਾਤਸ਼ਾਹ, ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕਹਿੰਦੇ ਪਾਤਸ਼ਾਹ ਜਦੋਂ ਮੇਰੇ ਮਾਲਿਕ ਉੱਥੇ ਆ ਕੇ ਬੈਠੇ, ਕੱਚੀਆਂ ਸੜਕਾਂ ਤੋਂ ਆਏ, ਤੇ ਮੇਰੇ ਮਾਲਿਕ ਦੇ ਉੱਤੇ, ਮੇਰੇ ਪਰਮੇਸ਼ਵਰ ਦੇ ਮੁਖੜੇ ਦੇ ਉੱਤੇ ਨਾ ਪਾਤਸ਼ਾਹ ਧੂਲ ਪਈ ਹੋਈ ਸੀ, ਕਿਉਂਕਿ ਕੱਚੀਆਂ ਸੜਕਾਂ ਤੋਂ ਆਏ ਸੀ। ਪਰ ਪਾਤਸ਼ਾਹ ਤੁਹਾਨੂੰ ਨਹੀਂ ਪਤਾ ਕਿ ਮੇਰੇ ਮਾਲਿਕ ਦੇ ਮੁਖੜੇ ਦੇ ਉੱਤੇ ਧੂਲ ਵੀ ਕਿੰਨੀ ਫੱਬਦੀ ਪਈ ਸੀ, ਕਿੰਨੇ ਸੁੰਦਰ ਲੱਗ ਰਹੇ ਸੀ ਮੇਰੇ ਪਰਮੇਸ਼ਵਰ, ਮੇਰੇ ਮਾਲਿਕ। ਉਹਨਾਂ ਦਾ ਤੇ ਮੁਖੜਾ ਹੀ ਵੇਖਣ ਵਾਲਾ ਸੀ।
ਤੇ ਸੰਗਤ ਜੀ ਐਸੇ ਤਰ੍ਹਾਂ ਬਰਾਤ ਦਾ ਟਿਕਾਵ ਹੁੰਦਾ ਹੈ। ਉੱਥੇ ਪ੍ਰਸ਼ਾਦੇ ਪਾਣੀ ਦਾ ਸਭ ਇੰਤਜ਼ਾਮ ਮੂਲ ਚੰਦ ਜੀ ਨੇ ਕੀਤਾ ਹੁੰਦਾ ਹੈ। ਹੁਣ ਮਾਤਾ ਸੁਲੱਖਣੀ ਜੀ ਦੇ ਇਹ ਸੰਗਤ ਜੀ ਕਿੰਨੇ ਵੱਡੇ ਭਾਗ ਨੇ, ਕਿੰਨੇ ਵੱਡੇ ਭਾਗ ਨੇ, ਕਿੰਨਾ ਵੱਡਾ ਉਹਨਾਂ ਦਾ ਜਪ ਤਪ ਹੈ ਕਿ ਉਹਨਾਂ ਨੂੰ ਸਾਕਸ਼ਾਤ ਪ੍ਰਭੂ ਪਰਮੇਸ਼ਰ ਨਿਰੰਕਾਰ ਪਿਤਾ ਨਿਰੰਕਾਰ ਪਰਮਾਤਮਾ ਉਹਨਾਂ ਨੂੰ ਪਤੀ ਦੇ ਰੂਪ 'ਚ ਮਿਲੇ ਨੇ। ਮੂਲ ਚੰਦ ਜੀ ਇੱਕ ਆਪਣਾ ਬੰਦਾ ਭੇਜਦੇ ਨੇ ਔਰ ਉਹਨਾਂ ਨੂੰ ਆ ਕੇ ਕਹਿੰਦੇ ਨੇ ਕਿ ਜਾ ਕੇ ਤੁਸੀਂ ਮਹਿਤਾ ਕਾਲੂ ਜੀ ਨੂੰ ਕਹੋ ਕਿ ਲਾਵਾਂ ਦਾ ਸਮੇਂ ਹੋ ਗਿਆ ਹੈ ਤੇ ਤੁਸੀਂ ਲਾੜੇ ਨੂੰ ਲੈ ਕੇ ਆਓ। ਤੇ ਸੰਗਤ ਜੀ ਇੱਕ ਬੰਦਾ ਆਂਦਾ ਹੈ ਮਹਿਤਾ ਕਾਲੂ ਜੀ ਨੂੰ, ਕਹਿੰਦਾ ਹੈ ਕਿ ਲਾਵਾਂ ਵਾਸਤੇ ਜਜਮਾਨ ਜੀ, ਸੰਗਤ ਜੀ ਉਦੋਂ ਸਤਿਗੁਰਾਂ ਨੂੰ ਕੋਈ ਪਾਤਸ਼ਾਹ ਨਹੀਂ ਕਹਿੰਦਾ ਸੀ, ਕੋਈ ਸਤਿਗੁਰੂ ਨਹੀਂ ਕਹਿੰਦਾ ਸੀ, ਜਜਮਾਨ ਜੀ ਕਹਿੰਦੇ ਸੀ। ਤੇ ਕਹਿੰਦੇ ਜਜਮਾਨ ਜੀ ਨੂੰ ਔਰ ਆਪ ਸਾਰਿਆਂ ਜੀ ਨੂੰ ਸਭ ਨੇ ਉਹਨਾਂ ਨੇ ਮੂਲ ਚੰਦ ਜੀ ਨੇ ਬੁਲਾਇਆ ਹੈ ਕਿ ਫੇਰਿਆਂ ਦਾ ਸਮੇਂ ਹੋ ਗਿਆ ਹੈ ਤੇ ਹੁਣ ਤੁਸੀਂ ਸਾਰੇ ਜਾਣੇ ਆਓ। ਇਹ ਸੁਣ ਕੇ ਪਾਤਸ਼ਾਹ ਉੱਠਦੇ ਨੇ, ਤਿਆਰ ਹੁੰਦੇ ਨੇ, ਨਾਲ ਸਾਰੇ ਰਿਸ਼ਤੇਦਾਰ। ਸੰਗਤ ਜੀ ਸਾਰੇ ਰਿਸ਼ਤੇਦਾਰ ਸੋਹਣੇ ਸੁੰਦਰ ਕੱਪੜੇ ਪਹਿਨਦੇ ਨੇ, ਤਿਆਰ ਹੁੰਦੇ ਨੇ। ਪਾਤਸ਼ਾਹ ਵੀ ਖੂਬ ਫੱਬ ਰਹੇ ਨੇ, ਖੂਬ ਫੱਬ ਰਹੇ ਨੇ ਪਾਤਸ਼ਾਹ। ਸਾਰੇ ਜਾਂਦੇ ਨੇ ਤਿਆਰ ਹੋ ਕੇ, ਉੱਥੇ ਜਾਂਦੇ ਨੇ ਜਿੱਥੇ ਲਾਵਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਪਿਤਾ ਜੀ ਨੇ ਵੀ ਨਾਲ, ਪਰਮਾਨੰਦ ਜੀ ਨੇ ਨਾਲ, ਜੈ ਰਾਮ ਜੀ ਨੇ ਨਾਲ, ਬਾਕੀ ਸਾਰੇ ਰਿਸ਼ਤੇਦਾਰ ਜਿੰਨੇ ਤਲਵੰਡੀ ਤੋਂ ਆਏ, ਜਿੰਨੇ ਸੁਲਤਾਨਪੁਰ ਤੋਂ ਆਏ, ਸਾਰੇ ਜਾਂਦੇ ਨੇ ਲਾਵਾਂ ਵਾਸਤੇ। ਜਦੋਂ ਉੱਥੇ ਜਾਂਦੇ ਨੇ ਬਰਾਤ ਨੂੰ ਵੇਖ ਕੇ ਬ੍ਰਾਹਮਣ ਉੱਥੇ ਬੈਠੇ ਹੁੰਦੇ ਨੇ, ਉੱਠ ਖੜੇ ਹੁੰਦੇ ਨੇ ਬਰਾਤ ਦਾ ਸਤਿਕਾਰ ਕਰਨ ਵਾਸਤੇ ਔਰ ਉੱਠ ਖੜੇ ਹੁੰਦੇ ਨੇ। ਤੇ ਫਿਰ ਉਹ ਆਪਸ 'ਚ ਗੱਲਾਂ ਕਰਦੇ ਨੇ ਕਿ ਇੱਥੇ ਅਗਨੀ ਜਲਾਣੀ ਹੈ, ਇੱਥੇ ਫੇਰੇ ਹੋਣਗੇ। ਤੇ ਜਦੋਂ ਇਹ ਗੱਲਾਂ ਕਰ ਰਹੇ ਹੁੰਦੇ ਨੇ, ਕਿਉਂਕਿ ਸੰਗਤ ਜੀ ਸਾਰਿਆਂ ਨੂੰ ਹੁਣ ਤੱਕ ਇਹੀ ਹੈ ਕਿ ਪਾਤਸ਼ਾਹ ਦੇ ਫੇਰੇ ਬੇਦੀ ਨਾਲ ਹੋਏ, ਪਰ ਜਦੋਂ ਅਸੀਂ ਬਾਲਾ ਜੀ ਦੀ ਜਨਮ ਸਾਖੀ ਪੜ੍ਹਦੇ ਹਾਂ, ਭਾਈ ਬਾਲਾ ਜੀ ਵੀ ਵਿਵਾਹ ਦੇ ਟਾਈਮ ਤੇ ਬਰਾਤ ਨਾਲ ਵਿੱਚ ਗਏ ਸੀ, ਉਹ ਵੀ ਉੱਥੇ ਸੀ। ਉਹਨਾਂ ਨੇ ਸਭ ਆਪਣੀ ਅੱਖੀਂ ਦੇਖਿਆ ਤੇ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਉਹ ਆਪ ਉਹੀ ਦੱਸ ਰਹੇ ਨੇ, ਕਹਿੰਦੇ ਨੇ ਪਾਤਸ਼ਾਹ ਜੋ ਮੈਂ ਖੁਦ ਆਪਣੀ ਅੱਖੀਂ ਦੇਖਿਆ ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ। ਉੱਥੇ ਸਾਰੇ ਬ੍ਰਾਹਮਣ ਕਹਿਣ ਕਿ ਇੱਥੇ ਅਗਨੀ ਜਲਾਓ, ਇੱਥੇ ਅਗਨੀ ਦੇ ਆਲੇ ਦੁਆਲੇ ਫੇਰੇ ਹੋਣੇ ਹੈ, ਲਾਵਾਂ ਲੈਣੀਆਂ ਨੇ। ਤੇ ਪਾਤਸ਼ਾਹ ਉੱਥੇ ਕਹਿੰਦੇ ਭਾਈ ਅਸੀਂ ਤੇ ਅਗਨੀ ਦੇ ਆਲੇ ਦੁਆਲੇ ਫੇਰੇ ਨਹੀਂ ਲੈਣੇ। ਸੰਗਤ ਜੀ ਇਹ ਸੁਣ ਕੇ ਸਾਰੇ ਬੜੇ ਹੈਰਾਨ ਹੋ ਗਏ, ਕਿਉਂਕਿ ਹੁਣ ਤੱਕ ਰਿਵਾਇਤ ਇਹੀ ਸੀ ਕਿ ਅਗਨੀ ਦੇ ਚਾਰੋਂ ਪਾਸੇ ਘੁੰਮ ਕੇ ਫੇਰੇ ਹੀ ਲੈ ਕੇ ਹੀ ਵਿਵਾਹ ਹੁੰਦਾ ਸੀ। ਸਾਰੇ ਹੈਰਾਨ ਹੋ ਗਏ। ਬ੍ਰਾਹਮਣ ਕਹਿੰਦੇ ਇਹੀ ਤੇ ਰਿਵਾਇਤ ਹੈ, ਇਹੀ ਤੇ ਸਾਡੀ ਰੀਤ ਹੈ। ਜੇ ਤੁਸੀਂ ਅਗਨੀ ਦੇ ਆਲੇ ਦੁਆਲੇ ਫੇਰੇ ਨਹੀਂ ਲੈਣੇ ਤੇ ਤੁਸੀਂ ਫਿਰ ਕਿਹਦੇ ਆਲੇ ਦੁਆਲੇ ਤੁਸੀਂ ਲਾਵਾਂ ਲਾਓਗੇ? ਪਾਤਸ਼ਾਹ ਕਹਿੰਦੇ ਨੇ ਅਸੀਂ ਬਾਣੀ ਦੇ ਆਲੇ ਦੁਆਲੇ ਲਾਵਾਂ ਲਵਾਂਗੇ, ਅਸੀਂ ਬਾਣੀ ਨਾਲ ਲਾਵਾਂ ਲਵਾਂਗੇ। ਬ੍ਰਾਹਮਣ ਬੜੇ ਹੈਰਾਨ ਹੁੰਦੇ ਨੇ। ਬ੍ਰਾਹਮਣ ਕਹਿੰਦੇ ਬਾਣੀ ਦੇ ਨਾਲ ਕੋਈ ਫੇਰੇ ਕਿਸ ਤਰ੍ਹਾਂ ਲੈ ਸਕਦਾ ਹੈ? ਬਾਣੀ ਦੇ ਨਾਲ, ਬਾਣੀ ਤੇ ਪੜਨ ਵਾਲੀ ਚੀਜ਼ ਹੈ, ਬਾਣੀ ਤੇ ਸ਼ਬਦ ਨੇ, ਬਾਣੀ ਤੇ ਬੋਲ ਨੇ, ਬਾਣੀ ਦੇ ਨਾਲ ਕੋਈ ਫੇਰੇ ਕਿਸ ਤਰ੍ਹਾਂ ਲੈ ਸਕਦਾ ਹੈ? ਉਧਰ ਮੂਲ ਚੰਦ ਜੀ ਨਾਰਾਜ਼ ਹੋ ਜਾਂਦੇ ਨੇ ਕਿ ਇਹ ਕੀ ਨਵੀਂ ਰੀਤ ਸ਼ੁਰੂ ਕਰਨ ਲੱਗੇ ਨੇ। ਬ੍ਰਾਹਮਣ ਗੱਲਾਂ ਕਰਦੇ, ਕਹਿੰਦੇ ਮੂਲ ਚੰਦ ਜੀ ਨੇ ਕਿਹੋ ਜਿਹਾ ਜਵਾਈ ਲੱਭ ਲਿਆ, ਇਹ ਤੇ ਸਾਡੀ ਰੀਤਾਂ ਹੀ ਨਹੀਂ ਸਮਝਦਾ। ਇਹ ਕਿਸ ਤਰ੍ਹਾਂ ਦਾ ਜਵਾਈ ਲੱਭ ਲਿਆ ਜਿਹੜੇ ਕਿ ਆਪਣੀ ਨਵੀਆਂ ਰਿਆਤਾਂ ਸ਼ੁਰੂ ਕਰ ਰਿਹਾ ਹੈ? ਪੰਡਤ ਉੱਥੇ ਜਿਹੜੇ ਬ੍ਰਾਹਮਣ ਹੁੰਦੇ ਨੇ ਉਹ ਪੁਰੋਹਿਤ ਜੀ ਨੂੰ ਕਹਿੰਦੇ ਨੇ। ਪੁਰੋਹਿਤ ਹਰਦਿਆਲ ਜੀ ਵੀ ਬਰਾਤ ਵਿੱਚ ਗਏ ਹੁੰਦੇ ਨੇ, ਜਿਨ੍ਹਾਂ ਨੇ ਜਨੇਊ ਦੀ ਰਸਮ ਕਰਨੀ ਚਾਹੀ ਔਰ ਜਨੇਊ ਦੀ ਰਸਮ ਦੇ ਸਮੇਂ ਤੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦਿੱਤੇ ਸੀ ਔਰ ਉਹਨਾਂ ਤੇ ਮਿਹਰ ਕੀਤੀ ਸੀ, ਉਹਨਾਂ ਤੇ ਦਇਆ ਦ੍ਰਿਸ਼ਟੀ ਪਾਈ ਸੀ। ਔਰ ਪੁਰੋਹਿਤ ਜੀ ਉਸ ਸਮੇਂ ਤੋਂ ਹੀ ਪਾਤਸ਼ਾਹ ਦੇ ਰੰਗ 'ਚ ਰੰਗ ਗਏ ਸੀ।
ਪਾਤਸ਼ਾਹ ਨੂੰ ਉਹ ਜਾਣ ਗਏ ਸੀ, ਪਛਾਣ ਗਏ ਸੀ ਕਿ ਇਹ ਅਵਤਾਰ ਨੇ। ਬ੍ਰਾਹਮਣ ਪੁਰੋਹਿਤ ਹਰਦਿਆਲ ਜੀ ਨੂੰ ਕਹਿੰਦੇ ਨੇ, ਕਹਿੰਦੇ ਤੁਸੀਂ ਹੀ ਸਮਝਾਓ। ਮਹਿਤਾ ਕਾਲੂ ਜੀ ਵੀ ਕਹਿੰਦੇ ਨੇ, ਕਹਿੰਦੇ ਪੁਰੋਹਿਤ ਜੀ ਤੁਸੀਂ ਸਮਝਾਓ ਨਾਨਕ ਜੀ ਨੂੰ। ਪੁਰੋਹਿਤ ਜੀ ਕੁਛ ਨਹੀਂ ਕਹਿੰਦੇ, ਕਹਿੰਦੇ ਨੇ ਇਹ ਜੋ ਕੁਝ ਕਹਿ ਰਹੇ ਨੇ ਉਸ ਤਰ੍ਹਾਂ ਹੀ ਹੋਏਗਾ। ਹੁਣ ਸੰਗਤ ਜੀ ਇਹ ਸੁਣ ਕੇ ਕਿ ਅਗਨੀ ਦੇ ਨਾਲ ਫੇਰੇ ਨਹੀਂ ਹੋਣਗੇ, ਬ੍ਰਾਹਮਣਾਂ ਦੀ ਰਿਵਾਇਤ ਨੂੰ, ਬ੍ਰਾਹਮਣਾਂ ਦੀ ਰੀਤਾਂ ਨੂੰ ਬਹੁਤ ਵੱਡੀ ਸੱਟ ਪਹੁੰਚੀ। ਸਾਰੇ ਨਾਰਾਜ਼ ਹੋ ਗਏ, ਉੱਥੇ ਦਾ ਤੇ ਮਾਹੌਲ ਵਿਗੜ ਗਿਆ। ਉਹ ਕਹਿੰਦੇ ਠੀਕ ਕਿਸ ਤਰ੍ਹਾਂ ਤੁਸੀਂ ਫਿਰ ਫੇਰੇ ਦੱਸੋ ਕਿੱਦਾਂ ਲਓਗੇ। ਪੁਰੋਹਿਤ ਹਰਦਿਆਲ ਜੀ ਨੇ ਮਹਿਤਾ ਕਾਲੂ ਜੀ ਨੂੰ ਸ਼ਾਂਤ ਕੀਤਾ। ਕਹਿੰਦੇ ਜੋ ਇਹ ਕਰ ਰਹੇ ਨੇ ਉਹ ਠੀਕ ਹੀ ਕਰ ਰਹੇ ਨੇ, ਤੁਸੀਂ ਇਹਨਾਂ ਨੂੰ ਇਹਨਾਂ ਦੇ ਅਨੁਸਾਰ ਕਰਨ ਦਿਓ। ਪਾਤਸ਼ਾਹ ਨੇ ਇੱਕ ਚੌਂਕੀ ਮੰਗਵਾਈ, ਇੱਕ ਕਾਗਜ਼ ਮੰਗਵਾਇਆ। ਕਾਗਜ਼ ਤੇ ਪਾਤਸ਼ਾਹ ਨੇ ਇੱਕ ਓਂਕਾਰ ਲਿਖਿਆ ਔਰ ਚੌਂਕੀ ਦੇ ਉੱਤੇ ਰੱਖ ਦਿੱਤਾ। ਪਾਤਸ਼ਾਹ ਕਹਿੰਦੇ ਅਸੀਂ ਇਸ ਦੇ ਨਾਲ ਅਸੀਂ ਲਾਵਾਂ ਲਵਾਂਗੇ। ਔਰ ਸੰਗਤ ਜੀ ਮਾਤਾ ਸੁਲੱਖਣੀ ਜੀ ਨੂੰ ਫਿਰ ਬੁਲਾਇਆ ਗਿਆ ਮਾਤਾ ਸੁਲੱਖਣੀ ਜੀ ਨੂੰ, ਔਰ ਫਿਰ ਬਾਣੀ ਦੇ ਨਾਲ ਹੀ ਪਹਿਲਾ ਆਨੰਦ ਕਾਰਜ ਸਤਿਗੁਰਾਂ ਦਾ ਹੋਇਆ। ਪਾਤਸ਼ਾਹ ਨੇ ਸਾਨੂੰ ਵੀ ਦੱਸਿਆ, ਪਾਤਸ਼ਾਹ ਨੇ ਸਾਰਿਆਂ ਨੂੰ ਬਾਣੀ ਦੀ ਮਹੱਤਤਾ ਦੱਸੀ ਕਿ ਬਾਣੀ ਕਿੰਨੀ ਉੱਚੀ ਹੈ, ਉਹ ਨਿਰੰਕਾਰ ਕਿੰਨਾ ਉੱਚਾ ਹੈ, ਜਿਨਨੇ ਅਗਨੀ ਬਣਾਈ ਹੈ ਉਹ ਕਿੰਨਾ ਉੱਚਾ ਹੈ। ਪਾਤਸ਼ਾਹ ਨੇ ਬਾਣੀ ਦੀ ਮਹੱਤਤਾ, ਇੱਕ ਓਂਕਾਰ ਦੀ ਮਹੱਤਤਾ ਪਾਤਸ਼ਾਹ ਨੇ ਸਾਰਿਆਂ ਨੂੰ ਦੱਸੀ। ਇਸ ਤਰੀਕੇ ਨਾਲ ਪਹਿਲਾ ਆਨੰਦ ਕਾਰਜ ਬਾਣੀ ਦੇ ਨਾਲ ਸਤਿਗੁਰਾਂ ਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਹੋਇਆ। ਸੰਗਤ ਜੀ ਇਸ ਤਰ੍ਹਾਂ ਜਦੋਂ ਆਨੰਦ ਕਾਰਜ ਹੋਇਆ ਤੇ ਆਨੰਦ ਕਾਰਜ ਤੋਂ ਬਾਅਦ ਬਰਾਤ ਆਪਣੇ ਜਿੱਥੇ ਉਹਨਾਂ ਦਾ ਥਾਂ ਸੀ, ਟਿਕਾਵ ਸੀ, ਉੱਥੇ ਚਲੇ ਗਏ। ਉੱਥੇ ਜਾ ਕੇ ਸਭ ਨੇ ਭੋਜਨ ਪ੍ਰਸ਼ਾਦਾ ਛਕਿਆ, ਸਭ ਨੇ ਆਰਾਮ ਕੀਤਾ, ਵਿਸ਼ਰਾਮ ਕੀਤਾ। ਰਾਤ ਪੈ ਗਈ, ਸਾਰੇ ਥੱਕੇ ਹੋਏ ਸੀ, ਸਾਰੇ ਤੇ ਸੰਗਤ ਜੀ ਸੌਂ ਗਏ। ਪਰ ਪਾਤਸ਼ਾਹ ਆਪਣੇ ਪ੍ਰਭੂ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ। ਪਾਤਸ਼ਾਹ ਨੇ ਆਪਣੇ ਨੇਤਰ ਬੰਦ ਕਰ ਲਏ ਔਰ ਪਾਤਸ਼ਾਹ ਆਪਣੀ ਭਗਤੀ 'ਚ ਲੀਨ ਹੋ ਗਏ, ਇੱਕ ਰਸ ਭਗਤੀ 'ਚ ਲੀਨ ਹੋ ਗਏ। ਦਿਨ ਚੜਿਆ ਔਰ ਬ੍ਰਾਹਮਣਾਂ ਦਾ ਇਹ ਰਿਵਾਜ ਸੀ, ਬ੍ਰਾਹਮਣਾਂ ਦੀ ਰਿਆਇਤ ਸੀ ਕਿ ਉਹ ਜਿਹਦਾ ਵਿਆਹ ਹੁੰਦਾ ਸੀ ਉਹਦੇ ਹੱਥੀਂ ਦਾਨ ਕਰਾਉਂਦੇ ਹੁੰਦੇ ਸੀ ਕਿ ਦਾਨ ਕਰਨ ਦੇ ਨਾਲ ਬਹੁਤ ਵੱਡਾ ਫਲ ਪ੍ਰਾਪਤ ਹੋਏਗਾ, ਬਹੁਤ ਸ਼ੁਭ ਹੁੰਦਾ ਹੈ ਦਾਨ ਦੇਣਾ। ਔਰ ਉਹ ਆਪਣੇ ਆਪ ਨੂੰ ਹੀ ਦਾਨ ਦਵਾ ਦਿੰਦੇ ਹੁੰਦੇ ਸੀ। ਤੇ ਉਹਨਾਂ ਨੇ ਕਿਹਾ ਕਿ ਇਹ ਸਾਡੀ ਰਿਵਾਇਤ ਹੈ ਕਿ ਸਭ ਨੂੰ ਹੁਣ ਇਹ ਜਿਨ੍ਹਾਂ ਦਾ ਵਿਆਹ ਹੋਇਆ ਹੈ ਉਹ ਦਾਨ ਦੇਣਗੇ। ਸੰਗਤ ਜੀ ਪਾਤਸ਼ਾਹ ਤੇ ਪਹਿਲਾਂ ਤੋਂ ਹੀ ਦਾਨ ਕਿੰਨਾ ਦੇ ਰਹੇ ਸੀ ਸਾਰਿਆਂ ਨੂੰ। ਪਾਤਸ਼ਾਹ ਨੇ ਕਿਹਾ ਠੀਕ ਹੈ। ਸਾਰੇ ਰਿਸ਼ਤੇਦਾਰ, ਪਿਤਾ ਜੀ, ਪਰਮਾਨੰਦ ਜੀ, ਜੈ ਰਾਮ ਜੀ, ਸਾਰੇ ਤਿਆਰ ਹੋ ਕੇ ਸੁੰਦਰ ਬਸਤਰ ਪਹਿਨ ਕੇ ਸਾਰੇ ਪਾਤਸ਼ਾਹ ਦੇ ਆਲੇ ਦੁਆਲੇ ਬੈਠ ਗਏ ਔਰ ਬ੍ਰਾਹਮਣ ਆ ਗਏ ਦਾਨ ਲੈਣ ਵਾਸਤੇ। ਔਰ ਇੱਥੇ ਵੀ ਪਾਤਸ਼ਾਹ ਨੇ ਆਪਣੀ ਹੀ ਰਿਵਾਇਤ ਕੀਤੀ। ਕੀ ਰਿਵਾਇਤ ਕੀਤੀ? ਪਾਤਸ਼ਾਹ ਨੇ ਸਿਰਫ ਬ੍ਰਾਹਮਣਾਂ ਨੂੰ ਹੀ ਦਾਨ ਨਹੀਂ ਦਿੱਤਾ, ਜਿਹੜਾ ਵੀ ਮੰਗਣ ਆਇਆ, ਜਿਹੜਾ ਵੀ ਉੱਥੇ ਮੰਗਣ ਆਇਆ, ਪਾਤਸ਼ਾਹ ਨੇ ਸਾਰਿਆਂ ਨੂੰ ਇੱਕੋ ਜਿਹਾ ਦਾਨ ਦਿੱਤਾ ਔਰ ਸਾਰਿਆਂ ਨੂੰ ਪਾਤਸ਼ਾਹ ਨੇ ਖੁੱਲਾ ਦਾਨ ਦਿੱਤਾ। ਹੁਣ ਇਹ ਵੇਖ ਕੇ ਬ੍ਰਾਹਮਣ ਫੇਰ ਨਾਰਾਜ਼ ਹੋ ਗਏ। ਬ੍ਰਾਹਮਣ ਫੇਰ ਨਾਰਾਜ਼ ਹੋ ਗਏ ਕਿ ਇਹ ਕਿਹਨਾਂ ਨੇ ਰਿਵਾਇਤ ਕਰ ਲਿੱਤੀ ਹੈ, ਇਹ ਤੇ ਸਾਨੂੰ ਦਾਨ ਦੇਣ ਦੀ ਬਜਾਏ ਇਹ ਤੇ ਸਾਰਿਆਂ ਨੂੰ ਦਾਨ ਦੇਈ ਜਾਂਦੇ ਨੇ। ਕਿਉਂਕਿ ਸੰਗਤ ਜੀ ਬ੍ਰਾਹਮਣਾਂ ਦਾ ਵੀ ਤੇ ਘਾਟਾ ਪੈ ਰਿਹਾ ਸੀ ਨਾ, ਉਹ ਤੇ ਚਾਹੁੰਦੇ ਸੀ ਸਾਰਾ ਦਾਨ ਸਾਨੂੰ ਮਿਲੇ। ਪਰ ਪਾਤਸ਼ਾਹ ਤੇ ਜਿਹੜਾ ਵੀ ਮੰਗਣ ਵਾਲਾ ਆ ਰਿਹਾ ਸੀ ਔਰ ਪਾਤਸ਼ਾਹ ਦੀ ਤੇ ਸਿਫਤ ਜਸ ਇੰਨਾ ਫੈਲਿਆ ਹੋਇਆ ਸੀ ਕਿ ਦੂਰੋਂ ਲੋਕੀ ਆ ਜਾਂਦੇ ਸੀ ਮੰਗਣ ਵਾਸਤੇ ਕਿ ਉਹ ਤੇ ਬੜਾ ਖੁੱਲਾ ਦਾਨ ਦਿੰਦੇ ਨੇ। ਔਰ ਜਦੋਂ ਪਤਾ ਚੱਲਿਆ ਕਿ ਬਟਾਲੇ 'ਚ ਉਹਨਾਂ ਦਾ ਆਨੰਦ ਕਾਰਜ ਹੋ ਰਿਹਾ ਹੈ ਤੇ ਬਟਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ
ਮੰਗਣ ਵਾਲੇ ਕਿੰਨੇ ਆ ਗਏ। ਪਾਤਸ਼ਾਹ ਸਾਰਿਆਂ ਨੂੰ ਖੁੱਲਾ ਦਾਨ ਦੇਈ ਜਾ ਰਹੇ ਨੇ। ਇਹਦੇ ਵਿੱਚ ਵੀ ਬ੍ਰਾਹਮਣ ਪਰੇਸ਼ਾਨ ਹੋ ਗਏ ਕਿ ਇਹਨਾਂ ਨੇ ਕੀ ਰਿਵਾਇਤ ਸ਼ੁਰੂ ਕਰ ਲਿੱਤੀ ਹੈ, ਸਾਡੇ ਨਾਲੋਂ ਸਾਰਿਆਂ ਨੂੰ ਦਾਨ ਦੇ ਰਹੇ ਨੇ। ਤੇ ਸੰਗਤ ਜੀ, ਇੱਥੇ ਕੰਧ ਸਾਹਿਬ ਗੁਰਦੁਆਰੇ ਦਾ ਇੱਕ ਦੂਸਰਾ ਪੱਖ ਵੀ ਹੈ। ਇੱਕ ਇਹ ਸਾਖੀ ਕਿ ਉੱਥੇ ਦੀਆਂ ਇਸਤਰੀਆਂ ਨੇ ਮਜ਼ਾਕ ਨਾਲ ਪਾਤਸ਼ਾਹ ਨੂੰ ਕੰਧ ਦੇ ਹੇਠਾਂ ਬਿਠਾਇਆ ਸੀ, ਪਰ ਕੰਧ ਦਾ ਇੱਕ ਦੂਸਰਾ ਪੱਖ ਇਹ ਵੀ ਹੈ ਕਿ ਬ੍ਰਾਹਮਣਾਂ ਦੇ ਪਹਿਲਾਂ ਪਾਤਸ਼ਾਹ ਨੇ ਅਗਨੀ ਤੋਂ ਫੇਰੇ ਲੈਣ ਵਾਸਤੇ ਮਨਾ ਕਰਤਾ। ਬ੍ਰਾਹਮਣਾਂ ਨੂੰ ਤਾਂ ਠੇਸ ਪਹੁੰਚੀ ਕਿ ਇਹਨਾਂ ਨੇ ਸਾਡਾ ਆਖਾ ਨਹੀਂ ਮੰਨਿਆ। ਦੂਸਰੇ ਬ੍ਰਾਹਮਣਾਂ ਨੂੰ ਠੇਸ ਪਹੁੰਚੀ ਕਿ ਇਹ ਸਾਨੂੰ ਤੇ ਦਾਨ ਦੇ ਰਹੇ ਨੇ ਤੇ ਸਾਡੇ ਨੂੰ ਦੁੱਗਣਾ ਜ਼ਿਆਦਾ ਦਾਨ ਤੇ ਇਹ ਮੰਗਣ ਵਾਲਿਆਂ ਨੂੰ ਦੇ ਰਹੇ ਨੇ। ਇਹਦੇ ਵਿੱਚ ਵੀ ਉਹਨਾਂ ਨੂੰ ਠੇਸ ਪਹੁੰਚੀ ਤੇ ਬ੍ਰਾਹਮਣਾਂ ਨੇ ਇਸਤਰੀਆਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਇਹਨਾਂ ਨੂੰ ਜਾ ਕੇ ਉਹ ਜਿਹੜੀ ਕੱਚੀ ਕੰਧ ਹੈ, ਜਿਹੜੀ ਡਿੱਗਣ ਵਾਲੀ ਕੰਧ ਹੈ, ਉਹਦੇ ਹੇਠਾਂ ਇਹਨਾਂ ਨੂੰ ਬਿਠਾਓ। ਇਹਨਾਂ ਦੇ ਉੱਤੇ ਕੰਧ ਡਿੱਗੇਗੀ ਨਾ ਤੇ ਇਹਨਾਂ ਦੀ ਫਿਰ ਬੇਇੱਜ਼ਤੀ ਹੋ ਜਾਏਗੀ ਇਹਨਾਂ ਦੀ ਭਰੀ ਸਭਾ ਦੇ ਵਿੱਚ। ਤੇ ਜਦੋਂ ਪਾਤਸ਼ਾਹ ਉੱਥੇ ਬੈਠੇ, ਪਾਤਸ਼ਾਹ ਨੇ ਤੇ ਕੱਚੀ ਕੰਧ ਨੂੰ ਹੀ ਪੱਕਾ ਕਰ ਦਿੱਤਾ। ਸੰਗਤ ਜੀ, ਅੱਜ ਤੱਕ ਉਹ ਕੰਧ ਉੱਥੇ ਦੀ ਉੱਥੇ ਖੜੀ ਹੈ। ਪਹਿਲਾਂ ਸੰਗਤ ਜੀ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਨੇ, ਬਹੁਤ ਅੱਛੀ ਗੱਲ ਹੈ। ਹੁਣ ਉਹਨਾਂ ਨੇ ਕੰਧ ਨੂੰ ਨਾ ਸ਼ੀਸ਼ੇ ਦੇ ਵਿੱਚ ਫਰੇਮ ਕਰ ਦਿੱਤਾ ਹੈ। ਕਿਉਂਕਿ ਪਹਿਲਾਂ ਸੰਗਤਾਂ ਆਂਦੀਆਂ ਸੀ, ਜਿਨ੍ਹਾਂ ਨੇ ਵੀ ਆਪਣਾ ਘਰ ਬਣਾਉਣਾ ਹੁੰਦਾ ਸੀ, ਉਹ ਨਾ ਕੰਧ ਦੀ ਮਿੱਟੀ ਲੈ ਜਾਂਦਾ ਸੀ ਤੋੜ ਕੇ ਥੋੜੀ ਜੀ। ਉਹ ਕਰਦੇ ਕੰਧ ਕਿੰਨੀ ਛੋਟੀ ਰਹਿ ਗਈ ਤੇ ਇਸ ਲਈ ਫਿਰ ਉੱਥੇ ਦੇ ਜੋ ਸੇਵਾ ਸੰਭਾਲ ਕਰਦੇ ਸੀ ਗੁਰਦੁਆਰੇ ਦੀ, ਫਿਰ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤੇ ਸਾਰੀ ਕੰਧ ਦੀ ਮਿੱਟੀ ਸਾਰੀ ਸੰਗਤ ਲੈ ਜਾਏਗੀ। ਇਸ ਲਈ ਹੁਣ ਉਹਨਾਂ ਨੇ ਉਹ ਕੰਧ ਨੂੰ ਫਰੇਮ ਕਰ ਦਿੱਤਾ ਹੋਇਆ ਸ਼ੀਸ਼ੇ ਦੇ ਵਿੱਚ। ਹੁਣ ਸੰਗਤ ਸ਼ੀਸ਼ੇ ਦੇ ਨਾਲ ਹੀ ਹੁਣ ਉਹ ਦਰਸ਼ਨ ਕਰਦੀ ਹੈ। ਇਸ ਤਰ੍ਹਾਂ ਸੰਗਤ ਜੀ ਉੱਥੇ ਬਰਾਤ 3 ਦਿਨ ਰਹੀ। ਤਿੰਨੋਂ ਦਿਨ ਪਾਤਸ਼ਾਹ ਉੱਥੇ ਦਾਨ ਦਿੰਦੇ ਰਹੇ, ਜੋ ਵੀ ਆਂਦਾ ਰਿਹਾ ਉੱਥੇ ਦਾਨ ਦਿੰਦੇ ਰਹੇ। ਅਗਲੇ ਦਿਨ ਜਿਸ ਤਰ੍ਹਾਂ ਇਹ ਦਾਨ ਦੀ ਉਹਨਾਂ ਦੀ ਰਸਮ ਸੀ, ਉਸ ਤੋਂ ਬਾਅਦ ਮੂਲ ਚੰਦ ਜੀ ਨੇ ਆਪਣਾ ਇੱਕ ਬੰਦਾ ਭੇਜਿਆ। ਔਰ ਜਿਸ ਤਰ੍ਹਾਂ ਕਿ ਸਮਝੋ ਕਿ ਜਿਸ ਤਰ੍ਹਾਂ ਅੱਜ ਸਾਰੇ ਕਹਿੰਦੇ ਨੇ ਕਿ ਹੁਣ ਅਸੀਂ ਉਹਨਾਂ ਨੂੰ ਆਪਣੇ ਘਰ ਬੁਲਾ ਕੇ ਲੈ ਕੇ ਆਈਏ, ਕਿਉਂਕਿ ਉੱਥੇ ਜਿੱਥੇ ਟਿਕਾਅ ਹੋਇਆ ਸੀ ਬਰਾਤ ਦਾ, ਉੱਥੇ ਹੀ ਰਹਿ ਰਹੇ ਸੀ। ਤੇ ਮੂਲ ਚੰਦ ਜੀ ਨੇ ਇੱਕ ਆਪਣਾ ਬੰਦਾ ਭੇਜਿਆ ਔਰ ਉਹਨਾਂ ਨੂੰ ਜਾ ਕੇ ਕਿਹਾ ਕਿ ਮੂਲ ਚੰਦ ਜੀ ਕਹਿੰਦੇ ਨੇ ਕਿ ਸਾਡੇ ਘਰ ਆਓ ਔਰ ਤੁਸੀਂ ਪ੍ਰਸ਼ਾਦਾ ਪਾਣੀ ਛਕਣਾ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਲੰਚ ਜਾਂ ਡਿਨਰ ਵਾਸਤੇ ਇਨਵਾਈਟ ਕੀਤਾ ਬਰਾਤ ਨੂੰ, ਹੈ ਨਾ। ਤੇ ਮਹਿਤਾ ਕਾਲੂ ਜੀ ਕਹਿੰਦੇ ਨੇ ਤੁਸੀਂ ਮੂਲ ਚੰਦ ਜੀ ਨੂੰ ਕਹੋ ਕਿ ਤਿਆਰੀ ਕਰਨ, ਅਸੀਂ ਆਨੇ ਆ। ਸੰਗਤ ਜੀ ਸਾਰੇ ਤਿਆਰ ਹੋ ਕੇ ਗਏ। ਪਾਤਸ਼ਾਹ ਵੀ ਮੁਸਕਰਾਉਂਦੇ ਜਾ ਰਹੇ ਨੇ। ਉੱਥੇ ਜਾ ਕੇ ਨਵੇਂ ਕੱਪੜੇ, ਸੰਗਤ ਜੀ ਜਿੰਨੇ ਦਿਨ ਵੀ ਉੱਥੇ ਸਾਰੇ ਸਗੇ ਸੰਬੰਧੀ ਰਿਸ਼ਤੇਦਾਰ ਰਹੇ, ਉਹਨੇ ਦਿਨ ਸਾਰੇ ਨਵੇਂ ਕੱਪੜੇ ਪਾ ਰਹੇ ਨੇ, ਸਾਰੇ ਨਵੇਂ ਗਹਿਣੇ ਪਾ ਰਹੇ ਨੇ, ਪੂਰੀ ਟੌਰ ਦੇ ਨਾਲ, ਕਿਉਂਕਿ ਮਾਇਆ ਦੀ ਤੇ ਕਮੀ ਸੀਗੀ ਨਹੀਂ, ਪੂਰੀ ਟੌਰ ਦੇ ਨਾਲ। ਔਰ ਬਰਾਤ ਦੀ ਐਨੀ ਸ਼ੋਭਾ ਸੀ ਨਾ ਕਿ ਜੋ ਵੀ ਬਰਾਤ ਦੇਖਦਾ ਸੀ ਉਹ ਬਸ ਬਰਾਤ ਦੀ ਹੀ ਗੱਲਾਂ ਕਰਦਾ ਸੀ। ਤੇ ਸਾਰੇ ਤਿਆਰ ਹੋ ਕੇ ਜਾਂਦੇ ਨੇ ਮੂਲ ਚੰਦ ਜੀ ਦੇ ਘਰ, ਜਿੱਥੇ ਕਿ ਉਹਨਾਂ ਨੇ ਭੋਜਨ ਦਾ ਪ੍ਰਬੰਧ ਕੀਤਾ ਹੁੰਦਾ ਹੈ। ਜਾ ਕੇ ਸਾਰੇ ਦੇਖਦੇ ਨੇ ਕਿ ਬਹੁਤ ਤਰ੍ਹਾਂ ਦੀ ਮੂਲ ਚੰਦ ਜੀ ਨੇ ਘਰ ਵਛਾਈ ਕੀਤੀ ਹੁੰਦੀ ਹੈ, ਬਹੁਤ ਸੁੰਦਰ ਘਰ ਸਜਾਇਆ ਹੁੰਦਾ ਹੈ। ਪਾਤਸ਼ਾਹ ਵੀ ਬੜੇ ਫਾਬਰੇ ਹੁੰਦੇ ਨੇ, ਲੰਬੀਆਂ ਲੰਬੀਆਂ ਬਾਹਾਂ, ਉੱਚੇ ਉੱਚੇ ਮੋਢੇ, ਖਿੜਿਆ ਹੋਇਆ ਮੱਥਾ। ਜੋ ਵੀ ਦੇਖਦਾ ਹੈ ਉਹਨਾਂ ਦੇ ਰੂਪ ਨੂੰ, ਉਹਨਾਂ ਦੇ ਸਰੂਪ ਨੂੰ, ਉਹੀ ਉਹਨਾਂ ਤੇ ਮੋਹਿਤ ਹੋ ਜਾਂਦਾ ਹੈ। ਸਾਰਿਆਂ ਦੇ ਮੂੰਹ ਤੇ ਇੱਕੋ ਹੀ ਗੱਲ ਨਿਕਲਦੀ ਹੈ ਕਿ ਮੂਲ ਚੰਦ ਦਾ ਜਵਾਈ ਤੇ ਬਹੁਤ ਹੀ ਸੁੰਦਰ ਹੈ। ਮੂਲ ਚੰਦ ਦੇ ਜਵਾਈ ਦੇ ਨੈਣਕਸ਼ ਤੇ ਦੇਖੋ ਕਿੰਨੇ ਸੋਹਣੇ ਨੇ, ਬੜੀ ਭਾਗਾਂ ਵਾਲੀ ਹੈ ਸੁਲੱਖਣੀ। ਇਹਨਾਂ ਦੀ ਧੀ ਤੇ ਬੜੀ ਭਾਗਾਂ ਵਾਲੀ ਹੈ ਜੋ ਇਹਨਾਂ ਨੂੰ ਇੰਨਾ ਸੁੰਦਰ ਵਰ ਪ੍ਰਾਪਤ ਹੋਇਆ ਹੈ। ਜੋ ਵੀ ਦੇਖਦਾ ਹੈ ਉਹ ਮੋਹਿਤ ਹੋ ਜਾਂਦਾ ਹੈ। ਹੁਣ ਸਾਰੀ ਬਰਾਤ ਪਹੁੰਚ ਜਾਂਦੀ ਹੈ, ਰਿਸ਼ਤੇਦਾਰ ਪਹੁੰਚ ਜਾਂਦੇ ਨੇ ਮੂਲ ਚੰਦ ਜੀ ਦੇ ਘਰ, ਔਰ ਉੱਥੇ ਫਿਰ ਆ ਜਾਂਦੇ ਨੇ
ਰਸੋਈਏ ਹੋਰ ਵੀ ਜਿਹੜੇ ਲੰਗਰ ਪ੍ਰਸ਼ਾਦਾ ਵਰਤਾਉਣ ਵਾਲੇ ਹੁੰਦੇ ਨੇ ਉਹ ਆ ਜਾਂਦੇ ਨੇ ਦੂਲੇ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ। ਸੰਗਤ ਜੀ ਹੁਣ ਵੀ ਅਸੀਂ ਦੇਖਦੇ ਆ ਨਾ ਕਿ ਇੱਕ ਸਪੈਸ਼ਲ ਥਾਲੀ ਲੱਗਦੀ ਹੈ, ਜਿਹੜਾ ਦੂਲਾ ਹੁੰਦਾ ਹੈ, ਸਪੈਸ਼ਲ ਸਾਰੀ ਟੇਬਲ ਲੱਗਦੀ ਹੈ। ਤੇ ਸੰਗਤ ਜੀ ਉਸੇ ਤਰ੍ਹਾਂ ਸਾਰੇ ਆ ਜਾਂਦੇ ਨੇ ਪਾਤਸ਼ਾਹ ਨੂੰ ਉੱਥੇ ਦੇਖਦੇ ਨੇ ਭੋਜਨ ਪ੍ਰਸ਼ਾਦਾ ਪਰੋਸਣ ਵਾਸਤੇ। ਪਾਤਸ਼ਾਹ ਵੀ ਬੈਠ ਜਾਂਦੇ ਨੇ, ਸਾਰੇ ਰਿਸ਼ਤੇਦਾਰ ਵੀ ਬੈਠ ਜਾਂਦੇ ਨੇ। ਹੁਣ ਪ੍ਰਸ਼ਾਦਾ ਸਾਰੇ ਛਕਾਉਣਾ ਸ਼ੁਰੂ ਕਰਦੇ ਨੇ। ਸੰਗਤ ਜੀ ਪ੍ਰਸ਼ਾਦੇ 'ਚ ਮੂਲ ਚੰਦ ਜੀ ਵੀ ਉੱਥੇ ਦੇ ਮੰਨੇ ਹੋਏ ਹੁੰਦੇ ਨੇ ਮਨੁੱਖ, ਉਹਨਾਂ ਕੋ ਵੀ ਮਾਇਆ ਦੀ ਕਮੀ ਨਹੀਂ ਹੁੰਦੀ। ਲੱਡੂ ਬਣੇ ਹੁੰਦੇ ਨੇ, ਸੇਵੀਆਂ ਬਣੀਆਂ ਹੁੰਦੀਆਂ ਨੇ, ਬੂੰਦੀ ਬਣੀ ਹੈ, ਪਕੌੜੇ ਬਣੇ ਨੇ, ਅੰਮ੍ਰਿਤੀਆਂ ਬਣੀਆਂ ਨੇ, ਸਫੇਦ ਖੰਡ ਦੇ ਨਾਲ ਸਾਰਾ ਭੋਜਨ ਬਣਦਾ ਹੈ। ਸੰਗਤ ਜੀ ਉਦੋਂ ਸਫੇਦ ਖੰਡ ਬੜੀ ਮਹਿੰਗੀ ਹੁੰਦੀ ਸੀ। ਸਫੇਦ ਖੰਡ ਨਾਲ ਸਾਰਾ ਭੋਜਨ ਬਣਦਾ ਹੈ, ਦੇਸੀ ਘਿਓ ਨਾਲ ਸਾਰਾ ਭੋਜਨ ਬਣਦਾ ਹੈ। ਔਰ ਜਿੰਨਾ ਵੀ ਭੋਜਨ ਪ੍ਰਸ਼ਾਦਾ ਤਿਆਰ ਹੁੰਦਾ ਹੈ, ਸਾਰਾ ਪ੍ਰਸ਼ਾਦਾ ਗਿਰੀਆਂ, ਸੌਗੀਆਂ, ਕਿਸ਼ਮਿਸ਼, ਬਦਾਮਾਂ ਦੇ ਨਾਲ ਇਹ ਭਰਪੂਰ ਹੁੰਦਾ ਹੈ। ਸਾਰੀ ਬਰਾਤ ਉਹਨਾਂ ਦਾ ਪ੍ਰਬੰਧ ਵੇਖ ਕੇ, ਮੂਲ ਚੰਦ ਜੀ ਦਾ ਪ੍ਰਬੰਧ ਵੇਖ ਕੇ, ਉਹਨਾਂ ਦਾ ਭੋਜਨ ਪ੍ਰਸ਼ਾਦਾ ਛਕ ਕੇ ਬਹੁਤ ਹੀ ਖੁਸ਼ ਹੁੰਦੇ ਨੇ, ਬਹੁਤ ਹੀ ਉਹਨਾਂ ਦੀ ਸਿਫਤ ਸਲਾਹ ਕਰਦੇ ਨੇ ਕਿ ਬਰਾਤ ਦਾ ਇਹਨਾਂ ਨੇ ਬਹੁਤ ਚਾਅ ਕੀਤਾ ਹੈ, ਬਰਾਤ ਦੀ ਬਹੁਤ ਆਓ ਭਗਤ ਕੀਤੀ ਹੈ। ਹੁਣ ਸੰਗਤ ਜੀ ਭੋਜਨ ਪ੍ਰਸ਼ਾਦਾ ਖਾਣਾ ਸ਼ੁਰੂ ਹੁੰਦਾ ਹੈ। ਜਿਹੜੇ ਬ੍ਰਾਹਮਣ ਹੁੰਦੇ ਨੇ ਉਹਨਾਂ ਦੀ ਰੀਤ ਹੁੰਦੀ ਹੈ ਕਿ 5 ਗਰਾਈਆਂ ਪਹਿਲਾਂ ਪ੍ਰਸ਼ਾਦੇ ਦੀਆਂ ਉਹ ਕੱਢ ਕੇ ਇੱਕ ਪਾਸੇ ਰੱਖਦੇ ਨੇ। ਉਹ ਆਪਣੇ ਤਰੀਕੇ ਨਾਲ ਭੋਜਨ ਪ੍ਰਸ਼ਾਦਾ ਛਕ ਰਹੇ ਨੇ, ਬਰਾਤ ਆਪਣੇ ਤਰੀਕੇ ਨਾਲ ਭੋਜਨ ਪ੍ਰਸ਼ਾਦਾ ਛਕ ਰਹੀ ਹੈ। ਸਾਰੇ ਸੋਹਣੀ ਤਰ੍ਹਾਂ ਰੱਜ ਕੇ ਪ੍ਰਸ਼ਾਦਾ ਛਕ ਕੇ ਪੂਰੀ ਬਰਾਤ ਆਪਣੇ ਪੜਾਵ ਤੇ ਵਾਪਸ ਚਲੀ ਜਾਂਦੀ ਹੈ। ਤੇ ਜੋ ਮੂਲ ਚੰਦ ਜੀ ਦੇ ਘਰ ਦੀਆਂ ਇਸਤਰੀਆਂ ਹੁੰਦੀਆਂ ਨਾ ਸੰਗਤ ਜੀ, ਉਹ ਪਾਤਸ਼ਾਹ ਨੂੰ ਮੂਲ ਚੰਦ ਜੀ ਦੇ ਘਰ 'ਚ ਲੈ ਜਾਂਦੀਆਂ ਨੇ। ਇੱਕ ਪਾਸੇ ਤੇ ਨੌਜਵਾਨ ਲੜਕੀਆਂ, ਪਾਤਸ਼ਾਹ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਕਿ ਅੱਜ ਅਸੀਂ ਕਹਿੰਦੇ ਆ ਸਾਲੀਆਂ ਜੀਜੇ ਨੂੰ ਲੈ ਜਾਂਦੀਆਂ ਨੇ, ਅੱਜ ਦੀ ਅਗਰ ਅਸੀਂ ਭਾਸ਼ਾ 'ਚ ਕਹੀਏ ਤੇ ਸੰਗਤ ਜੀ ਉਸ ਸਮੇਂ ਤੇ ਲਾਗੀ ਹੀ ਦੇਖੋ ਰਿਸ਼ਤਾ ਪੱਕਾ ਕਰ ਦਿੰਦੇ ਸੀ। ਮਾਤਾ ਪਿਤਾ ਵੀ ਬੱਚੀ ਨੂੰ ਜਾਂ ਬੱਚੇ ਨੂੰ ਨਹੀਂ ਦੇਖਦੇ ਸੀ, ਨਾ ਜਿਸ ਪੁੱਤਰ ਦਾ ਵਿਆਹ ਹੋਣਾ ਸੀ, ਨਾ ਪੁੱਤਰੀ ਦੇ ਮਾਤਾ ਪਿਤਾ ਉਹਨੂੰ ਦੇਖਦੇ ਸੀ, ਨਾ ਪੁੱਤਰ ਦੇ ਮਾਤਾ ਪਿਤਾ ਪੁੱਤਰੀ ਨੂੰ ਦੇਖਦੇ ਸੀ। ਕਿਤੇ ਨਾ ਬਸ ਲਾਗੀ ਹੀ ਆਪੋ ਆਪ ਰਿਸ਼ਤਾ ਪੱਕਾ ਕਰ ਆਉਂਦੇ ਹੁੰਦੇ ਸੀ। ਬਰਾਤ ਵਿੱਚ ਵੀ ਸੰਗਤ ਜੀ ਜਿਸ ਤਰ੍ਹਾਂ ਅਸੀਂ ਦੇਖਿਆ ਮੂਲ ਚੰਦ ਜੀ ਨੇ ਪਾਤਸ਼ਾਹ ਦੇ ਪਹਿਲੀ ਵਾਰ ਦਰਸ਼ਨ ਕੀਤੇ, ਬਰਾਤ 'ਚ ਹੀ ਦਰਸ਼ਨ ਕੀਤੇ ਜਦੋਂ ਮਿਲਣੀ ਹੋਈ। ਤੇ ਐਸੇ ਤਰ੍ਹਾਂ ਹੁਣ ਪਾਤਸ਼ਾਹ ਨੂੰ ਇਸਤਰੀਆਂ ਲੈ ਜਾਂਦੀਆਂ ਨੇ ਮੂਲ ਚੰਦ ਜੀ ਦੇ ਘਰ, ਔਰ ਇੱਕ ਪਾਸੇ ਘਰ ਦੀਆਂ ਸਿਆਣੀਆਂ ਇਸਤਰੀਆਂ ਇੱਕ ਪਾਸੇ ਦੂਰ ਬੈਠ ਜਾਂਦੀਆਂ ਨੇ, ਔਰ ਇੱਧਰ ਜਿਹੜੀਆਂ ਜਵਾਨ ਇਸਤਰੀਆਂ ਹੁੰਦੀਆਂ ਨੇ ਉਹ ਪਾਤਸ਼ਾਹ ਨੂੰ ਘੇਰਾ ਪਾ ਕੇ ਬੈਠ ਜਾਂਦੀਆਂ ਨੇ ਔਰ ਟੇਢੀ ਨਿਗਾਹਾਂ ਦੇ ਨਾਲ ਦੇਖਦੀਆਂ ਨੇ। ਪਰ ਪਾਤਸ਼ਾਹ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਪਾਤਸ਼ਾਹ ਸੰਗਤ ਜੀ ਉਹ ਤੇ ਆਪ ਨਿਰੰਕਾਰ, ਉਹਨਾਂ ਤੇ ਥੋੜੀ ਅਸਰ ਹੋਣਾ ਨੇ, ਉਹਨਾਂ ਨੇ ਤੇ ਸਾਨੂੰ ਸਦਬੁੱਧੀ ਬਖਸ਼ਣੀ ਹੈ। ਉਹ ਪਾਤਸ਼ਾਹ ਦੇ ਨਾਲ ਹਾਸ ਬਿਲਾਸ ਕਰਦੀਆਂ ਨੇ, ਹਾਸੇ ਦੀਆਂ ਗੱਲਾਂ ਠਠੋਲੀਆਂ ਕਰਦੀਆਂ ਨੇ ਕਿ ਉਹ ਇਸ ਪ੍ਰਕਾਰ ਉਹਨਾਂ ਦੇ ਨਾਲ ਗੱਲਾਂ ਹਾਸ ਰਸ ਵਾਲੀਆਂ ਗੱਲਾਂ ਕਰਦੀਆਂ ਨੇ ਕਿ ਕਿਸੇ ਪ੍ਰਕਾਰ ਨਾਲ ਇਹ ਚਿੜਨ। ਪਰ ਪਾਤਸ਼ਾਹ ਬੜੇ ਸ਼ਾਂਤ ਸੁਭਾਅ ਦੇ ਨਾਲ ਮੁਸਕਰਾਉਂਦੇ ਨੇ, ਉਹਨਾਂ ਦੇ ਸਾਹਮਣੇ ਬੈਠੇ ਰਹਿੰਦੇ ਨੇ। ਔਰ ਜੋ ਸਿਆਣੀਆਂ ਔਰਤਾਂ ਦੂਰ ਬੈਠੀਆਂ ਦੇਖ ਰਹੀਆਂ ਹੁੰਦੀਆਂ ਨੇ ਨਾ, ਉਹ ਇਹ ਵੇਖਦੀਆਂ ਨੇ ਕਿ ਇਹ ਜਿਹੜਾ ਦੂਲਾ ਹੈ, ਜੋ ਸੁਲੱਖਣੀ ਜੀ ਦਾ, ਜੋ ਮੂਲ ਚੰਦ ਜੀ ਦਾ ਜੋ ਜਵਾਈ ਬਣਿਆ ਹੈ, ਜੋ ਸੁਲੱਖਣੀ ਜੀ ਦਾ ਪਤੀ ਬਣਿਆ ਹੈ, ਉਹ ਕਿੰਨਾ ਸਹਿਨਸ਼ੀਲ ਹੈ, ਉਹ ਕਿੰਨਾ ਸੰਜਮ ਵਾਲਾ ਹੈ, ਉਹ ਕਿੰਨਾ ਧੀਰਜ ਵਾਲਾ ਹੈ। ਉਹ ਇਹ ਵੇਖਣ ਵਾਸਤੇ ਦੂਰ ਬੈਠੀਆਂ ਹੁੰਦੀਆਂ ਨੇ। ਇੱਕ ਤਰ੍ਹਾਂ ਦਾ ਅਸੀਂ ਕਹੀਏ ਕਿ ਜਿੱਦਾਂ ਪਾਤਸ਼ਾਹ ਨੂੰ ਉਹ ਟੈਸਟ ਕਰ ਰਹੇ ਹੁੰਦੇ ਨੇ। ਤੇ ਜਿਹੜੀਆਂ ਉਹ ਇਸਤਰੀਆਂ ਹੁੰਦੀਆਂ ਨੇ ਉਹ ਪਾਤਸ਼ਾਹ ਦੇ ਨਾਲ ਹਾਸੇ ਵਾਲੇ,
ਉਹਨਾਂ ਨੂੰ ਚਿੜਾਉਣ ਵਾਲੇ ਬਚਨ ਕਰਦੇ ਨੇ, ਪਰ ਪਾਤਸ਼ਾਹ ਉਹਨਾਂ ਦਾ ਸਾਰਿਆਂ ਦਾ ਉੱਤਰ ਆਪਣੇ ਗਿਆਨ ਨਾਲ ਗਿਆਨ ਵਾਲੇ ਬਚਨਾਂ ਦੇ ਨਾਲ ਉੱਤਰ ਦਿੰਦੇ ਨੇ। ਔਰ ਪਾਤਸ਼ਾਹ ਇਸ ਤਰ੍ਹਾਂ ਉੱਤਰ ਦਿੰਦੇ ਨੇ, ਹੌਲੀ ਹੌਲੀ ਮੁਸਕਰਾ ਕੇ ਉੱਤਰ ਦਿੰਦੇ ਨੇ, ਔਰ ਇੰਨੇ ਮਿੱਠੇ ਬੋਲਾਂ 'ਚ ਉੱਤਰ ਦਿੰਦੇ ਨੇ ਕਿ ਮਾਨੋ ਉਹਨਾਂ ਦੇ ਮੁਖ ਤੋਂ ਫੁੱਲ ਬਰਸ ਰਹੇ ਹੋਣ, ਫੁੱਲ ਗਿਰਦੇ ਹੋਣ, ਫੁੱਲ ਝੜਦੇ ਹੋਣ। ਸਾਰੇ ਉਹਨਾਂ ਦੇ ਗਿਆਨ ਵਾਲੇ ਬਚਨ ਸੁਣ ਕੇ ਸਾਰਿਆਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ। ਉਹ ਜਦੋਂ ਪਾਤਸ਼ਾਹ ਦੇ ਮੁਖ ਤੋਂ ਗਿਆਨ ਵਾਲੇ ਬਚਨ ਸੁਣਦੇ ਨੇ, ਗਿਆਨ ਵਾਲੀਆਂ ਗੱਲਾਂ ਸੁਣਦੇ ਨੇ, ਜੋ ਪਾਤਸ਼ਾਹ ਦੇ ਮੁਖ ਤੋਂ ਗਿਆਨ ਵਾਲੀਆਂ ਗੱਲਾਂ ਸੁਣਦੇ ਨੇ, ਗਿਆਨ ਵਾਲੇ ਬਚਨ ਸੁਣਦੇ ਨੇ, ਤਿਉਂ ਉਹਨਾਂ ਦਾ ਮਨ ਸ਼ਾਂਤ ਹੋਈ ਜਾਂਦਾ ਹੈ। ਤੇ ਸੰਗਤ ਜੀ, ਉਹ ਫਿਰ ਜਦੋਂ ਉਹਨਾਂ ਦਾ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਉਹ ਫਿਰ ਸਮਝ ਜਾਂਦੇ ਨੇ ਕਿ ਇਹ ਬਹੁਤ ਹੀ ਇਹ ਇੱਕ ਅਨੋਖੇ, ਇਹ ਆਮ ਪੁਰਸ਼ ਨਹੀਂ ਹੈ, ਇਹ ਤੇ ਕੋਈ ਬੜੇ ਹੀ ਧੀਰਜ ਵਾਲੇ, ਬਹੁਤ ਹੀ ਉੱਚੀ ਰੂਹ ਵਾਲੇ ਇਹ ਸਾਡੇ ਘਰ ਆਏ ਨੇ। ਸਾਰੇ ਬੜੇ ਖੁਸ਼ ਹੁੰਦੇ ਨੇ। ਸਾਰੇ ਜਾ ਕੇ ਮੂਲਚੰਦ ਜੀ ਨੂੰ ਇਸਤਰੀਆਂ ਕਹਿੰਦੀਆਂ ਨੇ, ਮੂਲਚੰਦ ਤੇਰੇ ਜਵਾਈ ਦੇ ਵਿੱਚ ਕੋਈ ਕਾਣ ਨਹੀਂ ਹੈਗੀ, ਤੇਰਾ ਜਵਾਈ ਤੇ ਸ਼ੁੱਧ ਹੀ ਸ਼ੁੱਧ ਹੈ, ਤੂੰ ਬੜੇ ਵੱਡੇ ਭਾਗਾਂ ਵਾਲਾ ਹੈ ਜਿਹੜਾ ਤੈਨੂੰ ਇਹੋ ਜਿਹਾ ਜਵਾਈ ਮਿਲਿਆ ਹੈ। ਸੰਗਤ ਜੀ, ਉਹ ਆਪਣੀ ਵੱਲੋਂ ਟੈਸਟ ਕਰਦੇ ਨੇ ਕਿ ਭਈ ਇਹ ਕਿੰਨੀ ਸਹਿਨਸ਼ੀਲਤਾ ਹੈ, ਤੇ ਸਾਰੇ ਬੜੇ ਖੁਸ਼ ਹੁੰਦੇ ਨੇ। ਤੇ ਸੰਗਤ ਜੀ, ਇਸੇ ਪ੍ਰਕਾਰ 3 ਦਿਨ ਪੂਰੀ ਬਰਾਤ ਉੱਥੇ ਬਟਾਲੇ 'ਚ ਰਹਿੰਦੀ ਹੈ। ਹੁਣ 3 ਦਿਨ ਤੋਂ ਬਾਅਦ ਮਹਿਤਾ ਕਾਲੂ ਜੀ ਦੇ ਕੋਲ ਸਾਰੇ ਪਹੁੰਚਦੇ, ਸਾਰੇ ਰਿਸ਼ਤੇਦਾਰ ਵੀ, ਮਹਿਤਾ ਕਾਲੂ ਜੀ ਵੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਵੀ ਹੁਣ ਬੜੇ ਦਿਨ ਹੋ ਗਏ ਨੇ, ਹੁਣ ਸਾਨੂੰ ਵਾਪਸ ਜਾਣਾ ਚਾਹੀਦਾ ਹੈ। ਤੇ ਮਹਿਤਾ ਕਾਲੂ ਜੀ ਇੱਕ ਬੰਦੇ ਨੂੰ ਭੇਜਦੇ ਨੇ ਕਿ ਜਾਓ ਤੁਸੀਂ ਮੂਲਚੰਦ ਜੀ ਨੂੰ ਜਾ ਕੇ ਕਹੋ ਕਿ ਹੁਣ ਸਾਨੂੰ ਆਗਿਆ ਦਿਓ, ਸਾਡਾ ਚਿੱਤ ਕਰਦਾ ਹੈ ਹੁਣ ਅਸੀਂ ਵਾਪਸ ਜਾਈਏ, ਤੇ ਸਾਨੂੰ ਤੁਸੀਂ ਆਗਿਆ ਦਿਓ, ਅਸੀਂ ਹੁਣ ਜਾਣਾ ਚਾਹੁੰਦੇ ਹਾਂ। ਤੇ ਸੰਗਤ ਜੀ, ਜਦੋਂ ਇਹ ਗੱਲ ਸੁਣਦੇ ਨੇ ਤੇ ਮੂਲਚੰਦ ਜੀ ਵੀ ਉਹਨਾਂ ਦੇ ਜਾਣ ਦੀ ਤਿਆਰੀ ਕਰਦੇ ਨੇ। ਮਾਤਾ ਜੀ ਦੇ ਜੋ ਆਪਣੀ ਪੁੱਤਰੀ ਵਾਸਤੇ ਉਹਨਾਂ ਨੇ ਸਾਜੋ ਸਮਾਨ ਬਣਾਇਆ ਹੁੰਦਾ ਹੈ, ਜੋ ਉਹਨਾਂ ਨੇ ਗਹਿਣੇ ਗੱਟੇ ਬਸਤਰ ਭਾਂਡੇ ਟਿੰਡੇ ਲਿੱਤੇ ਹੁੰਦੇ ਨੇ, ਉਹ ਸਾਰੇ ਊਂਠ ਤੇ ਗੱਡਿਆਂ ਤੇ ਭਰਨਾ ਸ਼ੁਰੂ ਕਰ ਦਿੰਦੇ ਨੇ। ਪਰਮਾਨੰਦ ਜੀ ਕਹਿੰਦੇ ਨੇ, ਜੈ ਰਾਮ ਜੀ ਦੇ ਪਿਤਾ ਜੀ ਕਹਿੰਦੇ ਮੂਲਚੰਦ ਜੀ, ਪਰਮਾਤਮਾ ਦਾ ਦਿੱਤਾ ਹੋਇਆ ਸਾਡੇ ਕੋਲ ਸਭ ਕੁਝ ਹੈ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰਮਾਨੰਦ ਜੀ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਸਾਨੂੰ ਕੁਝ ਨਹੀਂ ਚਾਹੀਦਾ। ਪਰ ਮੂਲਚੰਦ ਜੀ ਕਹਿੰਦੇ ਨੇ ਪਰਮਾਨੰਦ ਜੀ, ਅਸੀਂ ਜੋ ਵੀ ਦੇ ਰਹੇ ਹਾਂ ਅਸੀਂ ਆਪਣੀ ਪੁੱਤਰੀ ਨੂੰ ਦੇ ਰਹੇ ਹਾਂ। ਔਰ ਫਿਰ ਜਿਸ ਤਰ੍ਹਾਂ ਸੰਗਤ ਜੀ, ਉਹ ਇੱਕ ਪੁੱਤਰੀ ਦਾ ਪਿਤਾ ਹੱਥ ਜੋੜ ਕੇ ਬੇਨਤੀ ਕਰਦਾ ਹੈ, ਮਹਿਤਾ ਕਾਲੂ ਜੀ ਦੇ ਅੱਗੇ ਬੇਨਤੀ ਕਰਦੇ ਨੇ ਮੂਲਚੰਦ ਜੀ ਕਿ ਮਹਿਤਾ ਕਾਲੂ ਜੀ, ਸਾਡੇ ਕੋ ਦੇਣ ਜੋਗਾ ਤੇ ਕੁਛ ਨਹੀਂ ਹੈਗਾ, ਸਾਡੇ ਕੋ ਤੇ ਸਿਰਫ ਪੁੱਤਰੀ ਹੀ ਪੁੱਤਰੀ ਹੈ। ਤੁਹਾਡਾ ਜਸ ਬੜਾ ਫੈਲਿਆ ਹੋਇਆ ਹੈ, ਅਸੀਂ ਤੁਹਾਡੇ ਜਸ ਦੀਆਂ ਬੜੀ ਤੁਹਾਡੀ ਸਿਫਤ ਸਲਾਹ ਸੁਣੀ ਹੈ। ਸਾਡੀ ਪੁੱਤਰੀ ਨੂੰ ਆਪਣੀ ਦਾਸੀ ਸਮਝੋ, ਸਾਡੀ ਪੁੱਤਰੀ ਨੂੰ ਆਪਣੀ ਸ਼ਰਨ 'ਚ ਰੱਖਿਓ, ਸਾਡੀ ਬੱਚੀ ਦਾ ਧਿਆਨ ਰੱਖਿਓ। ਤੇ ਸੰਗਤ ਜੀ, ਐਦਾਂ ਕਹਿ ਕੇ ਸਾਰਾ ਮੇਲ ਮਿਲਾਪ ਹੁੰਦਾ ਹੈ, ਸਾਰੇ ਰਿਸ਼ਤੇਦਾਰ ਇੱਕ ਦੂਸਰੇ ਨੂੰ ਮਿਲਦੇ ਨੇ ਔਰ ਤੁਰਨ ਦੀ ਤਿਆਰੀ ਕਰਦੇ ਨੇ। ਮਾਤਾ ਸੁਲੱਖਣੀ ਜੀ ਨੂੰ ਵੀ ਜਦੋਂ ਸੰਗਤ ਜੀ ਇੱਕ ਪੁੱਤਰੀ ਨੇ ਆਪਣਾ ਜਦੋਂ ਘਰ ਛੱਡਣਾ ਹੈ, ਆਪਣੇ ਮਾਤਾ ਪਿਤਾ ਜੀ ਨੂੰ ਛੱਡਣਾ ਹੈ, ਪੁੱਤਰੀ ਨੂੰ ਵੀ ਵਿਰਾਗ ਆ ਜਾਂਦਾ ਹੈ। ਮਾਤਾ ਜੀ ਵੀ ਵਿਰਾਗ 'ਚ ਆ ਜਾਂਦੇ ਨੇ। ਮਾਤਾ ਜੀ ਜਦੋਂ ਵਿਰਾਗ 'ਚ ਆ ਜਾਂਦੇ ਨੇ, ਸਾਰੀ ਘਰ ਦੀਆਂ ਇਸਤਰੀਆਂ ਮਾਤਾ ਜੀ ਨੂੰ ਆ ਕੇ ਮਿਲਦੀਆਂ, ਮਾਤਾ ਸੁਲੱਖਣੀ ਜੀ ਨੂੰ, ਸਾਰੇ ਉਹਨਾਂ ਦੇ ਕੰਨ 'ਚ ਕਹਿੰਦੀਆਂ ਨੇ ਫਿਕਰ ਨਾ ਕਰ, ਤੂੰ ਬੜੀ ਭਾਗਾਂ ਵਾਲੀ ਹੈ, ਤੇਰੇ ਪਤੀ ਦੇ ਵਿੱਚ ਕੋਈ ਕਾਣ ਨਹੀਂ, ਤੇਰਾ ਪਤੀ ਬਹੁਤ ਹੀ ਸੁੰਦਰ ਹੈ, ਤੇਰਾ ਪਤੀ ਬੜਾ ਸ਼ੁੱਧ ਹੈ, ਤੂੰ ਬੜੀ ਭਾਗਾਂ ਵਾਲੀ ਹੈ ਜਿਹੜਾ ਤੈਨੂੰ ਇਹੋ ਜਿਹਾ ਪਤੀ ਮਿਲਿਆ ਹੈ। ਸੰਗਤ ਜੀ, ਸਾਰੇ ਪਿਆਰ ਨਾਲ ਮਿਲਦੇ ਨੇ ਔਰ ਫਿਰ ਮਾਤਾ ਸੁਲੱਖਣੀ ਜੀ ਨੂੰ ਡੋਲੇ ਦੇ ਵਿੱਚ ਬਿਠਾਇਆ ਜਾਂਦਾ ਹੈ। ਅੱਗੇ ਪਾਤਸ਼ਾਹ ਤੁਰਦੇ ਨੇ
ਪਿੱਛੇ ਪਿੱਛੇ ਡੋਲਾ ਹੁੰਦਾ ਹੈ ਮਾਤਾ ਜੀ ਦਾ, ਔਰ ਫਿਰ ਪਾਤਸ਼ਾਹ ਸੰਸਾਰਿਕ ਰੀਤੀਆਂ ਨਿਭਾਉਂਦੇ ਅੱਗੇ ਅੱਗੇ ਤੁਰ ਰਹੇ ਨੇ, ਪਿੱਛੇ ਪਿੱਛੇ ਪੂਰੇ ਰਿਸ਼ਤੇਦਾਰ ਬਰਾਤ ਸਾਰੇ ਉਹ ਤੁਰ ਰਹੇ ਨੇ ਸੰਗਤ ਜੀ। ਫਿਰ ਬਰਾਤ ਇੱਥੋਂ ਦੀ ਹੁਣ ਉਹਨਾਂ ਨੇ ਵਾਪਸ ਜਾਣਾ ਸੁਲਤਾਨਪੁਰ। ਇਹ ਫਿਰ ਅਸੀਂ ਸੰਗਤ ਜੀ ਆਉਣ ਵਾਲੇ ਸ਼ਨੀਵਾਰ ਅਸੀਂ ਦੇਖਾਂਗੇ, ਸਾਂਝ ਪਾਵਾਂਗੇ ਕਿ ਫਿਰ ਸੁਲਤਾਨਪੁਰ ਕਿਸ ਤਰ੍ਹਾਂ ਜਾਂਦੇ ਨੇ, ਕਿੱਥੇ ਕਿੱਥੇ ਪੜਾਵ ਕਰਦੇ ਨੇ, ਔਰ ਸੁਲਤਾਨਪੁਰ ਕਿਹੜੀਆਂ ਸੁਲਤਾਨਪੁਰ ਪੂਰਾ ਖੁਸ਼ੀ ਮਨਾਉਂਦਾ ਹੈ, ਕਿਸ ਤਰ੍ਹਾਂ ਸੁਲਤਾਨਪੁਰ ਖੁਸ਼ੀਆਂ ਮਨਾਈਆਂ ਜਾਂਦੀਆਂ। ਬੇਬੇ ਨਾਨਕੀ ਜੀ ਕਿਸ ਤਰ੍ਹਾਂ ਆਪਣੇ ਵੀਰ ਦਾ, ਆਪਣੀ ਭਰਜਾਈ ਦਾ ਕਿਸ ਤਰ੍ਹਾਂ ਸਤਿਕਾਰ ਕਰਦੇ ਨੇ, ਉਹ ਸੰਗਤ ਜੀ ਅਸੀਂ ਅਗਲੇ ਸ਼ਨੀਵਾਰ ਨੂੰ ਕਰਾਂਗੇ। ਸੰਗਤ ਜੀ ਸਮੇਂ ਹੋ ਗਿਆ ਹੈ, ਆਓ ਹੁਣ ਅਸੀਂ ਮਿਲ ਕੇ ਸ਼ਬਦ ਪੜ੍ਹਦੇ ਹਾਂ। ਬੇਅੰਤ ਭੁੱਲਾਂ ਹੋ ਜਾਂਦੀਆਂ ਸੰਗਤ ਜੀ, ਸੰਗਤ ਬਖਸ਼ਣ ਯੋਗ ਹੈ, ਸੰਗਤ ਬਖਸ਼ ਦੇਣਾ ਸੰਗਤ ਜੀ। ਆਓ ਮਿਲ ਕੇ ਅਸੀਂ ਹੁਣ ਸ਼ਬਦ ਪੜ੍ਹਦੇ ਹਾਂ। आवाज आ रही है? मैं ईयरफोन लगाया, शायद हुण मेरी शायद आवाज पूरी आए। हुण देखदे हां। गुरुद्वारे हमरा
शब्द रव्या है, देहो लोका में शब्द रव्या है। आप गया मन मानिया, कर कृपा, कर कृपा, कर कृपा अपने कर आया, ता मिल सखियां काज रचाया। अपना कारज आप सवारे, होरन कारज न होई, होरन कारज न होई। जित कारज ससंतोख दया धर्म है, जित कारज ससंतोख दया धर्म है। गुरमुख बूझे कोई, गुरमुख बूझे कोई। कर कृपा, कर कृपा, कर कृपा अपने कर आया, ता मिल सखियां काज रचाया। पलक नानक सबना का, फिर एको सोए। जिसनो नदर करे, जिसनो नदर करे, सा सुहागण होए, सा सुहागण होए। कर कृपा, कर कृपा, कर कृपा, कर कृपा, कर कृपा अपने कर आया, ता मिल सखियां काज रचाया। कर कृपा, कर कृपा, कर कृपा, कर कृपा, कर कृपा, कर कृपा, कर कृपा। वाहिगुरु श्लोक। पवन गुरु पाणी पिता, माता तरत महत, दिवस रात दोई दाई दया, खेले सगल जगत। चंगियाइयां बुराइयां वाचे धर्म दूर, करमी आपो अपनी के नेड़े के दूर। जिनी नाम ध्याया, वाहिगुरु, वाहिगुरु, वाहिगुरु। जिनी नाम ध्याया, गए मुशक्कत काल, नानक ते मुख उजले, केती छुट्टी नाल। वाहिगुरु। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਬਹੁਤ 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 ਗਲਤੀਆਂ ਹੋ ਜਾਂਦੀਆਂ ਨੇ, ਸੰਗਤ ਮਾਫ ਕਰ ਦੇਣਾ ਜੀ, ਬਖਸ਼ਣਯੋਗ ਹੈ ਸੰਗਤ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।